ਪੰਜਾਬ ਦੇ ਮੈਡੀਕਲ ਸਟੋਰਾਂ ਦੇ ਉੱਤੇ ਜਿਹੜੀ ਗ੍ਰਸਤੀ ਨੂੰ ਲੈ ਕੇ ਦਵਾਈਆਂ ਨੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਵਿਕਰੀ ਹੈ ਜਿਹੜੀ ਵੱਧ ਰਹੀ ਹੈ, ਪਰ ਲੋਕਾਂ ਨੂੰ ਉਹਨਾਂ ਦੇ ਸਾਈਡ ਇਫੈਕਟ ਨਹੀਂ ਪਤਾ। ਤੁਸੀਂ ਸਮਝ ਲਓ ਵੀ ਥੋੜਾ ਜਿਹਾ ਇੱਕ ਸਵਾਦ ਲੈਣ ਲਈ ਤੁਸੀਂ ਆਪਣੀ ਜਾਨ ਨੂੰ ਰਿਸਕ ਤੇ ਲਾਇਆ, ਜਾਨ ਨੂੰ ਦਾਅ ਤੇ ਲਾਇਆ। ਜਿਹੜਾ ਬੰਦਾ ਮੌਤ ਦੇ ਕੂਏ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਨਾ, ਉਹਨੇ ਵੀ ਹੈਲਮਟ ਪਾਇਆ ਹੁੰਦਾ, ਉਹਦੀ ਵੀ ਬਚਣ ਦੀ ਥੋੜੀ ਬਹੁਤੀ ਜ਼ਿੰਮੇਵਾਰੀ ਹੁੰਦੀ ਹੈ ਵੀ ਬਚ ਜਾਏਗਾ। ਥੱਲੇ ਉਹਨੇ ਗੱਦੇ ਵੀ ਸੁੱਟੇ ਹੁੰਦੇ ਨੇ। ਜਦੋਂ ਤੁਸੀਂ ਕਿਸੇ ਇੱਦਾਂ ਦੇ ਬੰਦੇ ਕੋਲੋਂ ਜਿਹਨੂੰ ਬਿਲਕੁਲ ਕੋਈ ਗਿਆਨ ਨਹੀਂ ਹੈਗਾ ਤੁਹਾਡੇ ਬਾਰੇ, ਜਾਂ ਉਹਨੇ ਸੋਚਿਆ ਨਹੀਂ ਸਮਝਿਆ ਨਹੀਂ, ਤੁਹਾਨੂੰ ਕੋਈ ਵੀ ਗੋਲੀ ਚੱਕ ਕੇ ਦੇ ਦਿੱਤੀ ਹੈ, ਤੁਹਾਡੇ ਬਚਣ ਦੇ ਚਾਂਸਸ ਬਿਲਕੁਲ ਘੱਟ ਹੈਗੇ ਨੇ। ਨਾ ਤੁਸੀਂ ਹੈਲਮਟ ਪਾਇਆ ਤੇ ਨਾ ਹੀ ਥੱਲੇ ਗੱਦੇ ਪਏ ਨੇ। ਸਭ ਤੋਂ ਮੇਨ ਜਿਹੜੀ ਚੀਜ਼ ਆ ਇਹ ਵੀ ਜਿਹੜੀਆਂ ਡਰੱਗ ਹੈ ਉਹ ਇਰੈਕਸ਼ਨ ਦੇ ਉੱਤੇ ਮਾੜਾ ਮੋਟਾ ਕੰਮ ਕਰਦੀਆਂ, ਬਟ ਉਹਦੇ ਨਾਲ ਜਿਹੜਾ ਟਾਈਮਿੰਗ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਜਿਸ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਇਹ ਗੋਲੀਆਂ ਆਈਆਂ ਨੇ ਜਾਂ ਪਾਵਰ ਵਾਲੀਆਂ ਗੋਲੀਆਂ ਜਿਹੜੀਆਂ ਅਸੀਂ ਇਹਨੂੰ ਕਹਿ ਲਈਏ, ਤੁਹਾਡੇ ਕੋਲ ਇੱਥੇ ਲੋਕ ਆ ਕੇ ਫਿਰ ਜਦੋਂ ਬਿਮਾਰ 'ਚ ਗ੍ਰਸਤ ਹੁੰਦੇ ਨੇ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਈਆਂ ਤਾਂ ਵੈਸਟਰਨ ਤੋਂ ਨੇ, ਗੋਰਿਆਂ ਦੇ ਮੁਲਕਾਂ 'ਚੋਂ ਆਈਆਂ ਨੇ। ਸਾਨੂੰ ਤਾਂ ਪਤਾ ਵੀ ਨਹੀਂ ਸੀ ਜੀ ਪਹਿਲਾਂ। ਫਿਰ ਗੋਰੇ ਕਿਸ ਨਜ਼ਰ ਨਾਲ ਦੇਖਦੇ ਨੇ ਇਸ ਚੀਜ਼ ਨੂੰ? ਡਰੱਗਸ ਦਾ ਕੋਈ ਫਾਇਦਾ ਨਹੀਂ ਹੈਗਾ। ਜਿਹੜੇ ਮੇਰੇ ਵੀਰ ਯੂਜ਼ ਕਰ ਚੁੱਕੇ ਨੇ ਉਹਨਾਂ ਨੂੰ ਵੀ ਪਤਾ ਹੈ ਵੀ ਮੈਂ ਜੋ ਬੋਲ ਰਿਹਾ ਸੱਚ ਬੋਲ ਰਿਹਾ। ਜਿਹੜੇ ਅਜੇ ਕਰਨਾ ਚਾਹ ਰਹੇ ਨੇ ਜਾਂ ਜਿਹੜਾ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਹੱਥ ਜੋੜ ਕੇ ਇਹ ਅਪੀਲ ਹੈ ਕਿ ਆਪਣੇ ਸਰੀਰ ਦਾ ਸੱਤਿਆਨਾਸ਼ ਨਾ ਮਾਰਿਓ। ਬਾਅਦ ਚੋਂ ਵੀ ਤੁਸੀਂ ਪਛਤਾਓਗੇ। ਜਿਹੜੇ ਐਕਸਪੀਰੀਅੰਸ ਆਪਾਂ ਇੰਨੇ ਸਾਲਾਂ ਦੇ ਵਿੱਚ ਰਿਸਰਚ ਕਰਕੇ ਜੋ ਕਮਾਇਆ ਉਹ ਤੁਹਾਨੂੰ ਫ੍ਰੀ ਆਫ ਕਾਸਟ ਦੇ ਰਹੇ ਹਾਂ। ਤੁਸੀਂ ਸਾਡਾ ਐਕਸਪੀਰੀਅੰਸ ਜੇ ਫਾਇਦਾ ਉਠਾਓਗੇ ਤੇ ਚੰਗੇ ਰਹੋਗੇ, ਨਹੀਂ ਤੇ ਬਿਲਕੁਲ ਨਾ ਮਰਦ ਹੋ ਕੇ ਤੇ ਫਿਰ ਕਿਸੇ ਨਾ ਕਿਸੇ ਪਾਸੇ ਭਟਕਦੇ ਫਿਰੋਗੇ। ਤੁਸੀਂ ਫ੍ਰੀ ਆਫ ਕਾਸਟ ਮੇਰੇ ਨੰਬਰ ਦੇ ਉੱਤੇ ਮੈਨੂੰ ਫੋਨ ਕਰੋ, ਮੇਰੇ ਨਾਲ ਕੋਈ ਵੀ ਗੱਲ ਦਾ ਡਿਸਕਸ਼ਨ ਕਰੋ। ਬਜਾਏ ਤੁਸੀਂ ਜਿਹੜੇ ਵੀ ਪਿੰਡ ਤੁਹਾਡੇ, ਤੁਸੀਂ ਜਿਹੜੇ ਵੀ ਸ਼ਹਿਰ 'ਚ ਰਹਿੰਦੇ ਹੋ, ਤੁਸੀਂ ਉੱਥੋਂ ਆਓ ਬੱਸ ਫੜ ਕੇ ਮੇਰੇ ਨਾਲ ਫੋਨ ਤੇ ਫ੍ਰੀ 'ਚ ਸਲਾਹ ਲਓ। ਮੈਂ ਤੁਹਾਨੂੰ ਫ੍ਰੀ 'ਚ ਸਲਾਹ ਦੇਵਾਂਗਾ। ਜੇ ਕਿਸੇ ਮੈਡੀਕਲ ਸਹਾਇਤਾ ਦੀ ਤੁਹਾਨੂੰ ਲੋੜ ਹੋਏਗੀ ਤਾਂ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਏਗਾ। ਜੇ ਤੁਸੀਂ ਥਰੂ ਕਾਉਂਸਲਿੰਗ ਠੀਕ ਹੁੰਦੇ ਹੋਏ ਤਾਂ ਆਪਾਂ ਤੁਹਾਨੂੰ ਫਸਟ ਪ੍ਰੈਫਰੈਂਸ ਇਹੀ ਹੈ ਵੀ ਥਰੂ ਕਾਉਂਸਲਿੰਗ ਹੀ ਆਪਾਂ ਤੁਹਾਨੂੰ ਠੀਕ ਕਰੀਏ। ਜੀ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਅਸੀਂ ਇੱਕ ਵਾਰ ਮੁੜ ਤੋਂ ਤੁਹਾਡੀ ਮੁਲਾਕਾਤ ਹੈ ਜਿਹੜੀ ਗੋਰਿਆਂ ਦੇ ਵੈਦ ਹਰਸ਼ਬੀਰ ਸਿੰਘ ਹੋਰਾਂ ਨਾਲ ਕਰਵਾਵਾਂਗੇ। ਪਰ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿਹੜੀ ਥਾਂ ਹੈ ਜਿਸ ਥਾਂ ਦੇ ਉੱਤੇ ਅੱਜ ਗੱਲਬਾਤ ਹੈ ਜਿਹੜੀ ਉਹ ਕਰਵਾਉਣੀ ਹੈ। ਬੜਾ ਹੀ ਸੁਭਾਗਾ ਦਿਨ ਹੈ, ਬੜੀ ਹੀ ਅਹਿਮ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਹਾਂ। ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਇੰਟਰਵਿਊਜ਼ ਕਰ ਰਹੇ ਸੀ ਤਾਂ ਬਹੁਤ ਸਾਰੀਆਂ ਦਿੱਕਤਾਂ, ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਲੋਕੇਸ਼ਨ ਨੂੰ ਲੈ ਕੇ ਜਿਹੜੇ ਇੱਥੇ ਲੋਕਾਂ ਦੀ ਆਮਦ ਸੀ ਉਹ ਹੋ ਰਹੀਆਂ ਸੀ। ਪਿਛਲੀ ਜਿਹੜੀ ਲੋਕੇਸ਼ਨ ਹੈਗੀ ਸੀ ਉਹ ਜ਼ਿਲ੍ਹਾ ਕਚਹਿਰੀਆਂ ਦੇ ਕੋਲ ਸੀ, ਪਰ ਜਦੋਂ ਹੁਣ ਇੱਥੇ ਲੋਕ ਆਉਣ ਲੱਗੇ ਨੇ, ਲੋਕਾਂ ਦੀ ਭੀੜ ਜਿਹੜੀ ਲੱਗਣ ਲੱਗੀ ਹੈ ਗੋਰਿਆਂ ਦੇ ਵੈਦ ਕੋਲ, ਉਹਨਾਂ ਨੇ ਜਲੰਧਰ ਦੇ ਵਿੱਚ ਜਿਹੜਾ ਆਪਣਾ ਇਲਾਜ ਹੈ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਹੈ। ਤਾਂ ਹੁਣ ਉਸ ਤੋਂ ਬਾਅਦ ਉਹਨਾਂ ਨੇ ਨਵੇਂ ਦਫ਼ਤਰ ਦਾ ਜਿਹੜਾ ਉਦਘਾਟਨ ਹੈ ਥੋੜ੍ਹੇ ਦਿਨਾਂ ਬਾਅਦ ਕਰਨਾ ਜਿਹੜਾ ਉਹ ਹੋ ਜਾਏਗਾ। ਥੋੜ੍ਹੇ ਦਿਨਾਂ ਬਾਅਦ ਜਿਹੜਾ ਉਦਘਾਟਨ ਹੈਗਾ ਗੋਰਿਆਂ ਦੇ ਵੈਦ ਹੋਰਾਂ ਦੇ ਜਿਹੜੇ ਦਵਾਖਾਨੇ ਦਾ ਜਲੰਧਰ ਸ਼ਹਿਰ ਦੇ ਵਿੱਚ ਹੋਣ ਵਾਲਾ ਹੈ। ਸੋ ਅਸੀਂ ਉਸੇ ਦਫ਼ਤਰ ਦੇ ਵਿੱਚ ਅੱਜ ਬੈਠੇ ਹਾਂ। ਸ਼ੁਰੂਆਤ ਕਰ ਲੈਂਦੇ ਹਾਂ। ਅੱਜ ਬੜੀ ਇੰਪੋਰਟੈਂਟ ਜਿਹੜੀ ਗੱਲਬਾਤ ਹੈ ਉਹ ਰਹਿਣ ਵਾਲੀ ਹੈ, ਕਿਉਂਕਿ ਪੰਜਾਬ ਦੇ ਮੈਡੀਕਲ ਸਟੋਰਾਂ ਦੇ ਉੱਤੇ ਜਿਹੜੀ ਗ੍ਰਸਤੀ ਨੂੰ ਲੈ ਕੇ ਦਵਾਈਆਂ ਨੇ ਉਹ ਬਹੁਤ ਜ਼ਿਆਦਾ ਉਹਨਾਂ ਦੀ ਵਿਕਰੀ ਹੈ ਜਿਹੜੀ ਵੱਧ ਰਹੀ ਹੈ, ਪਰ ਲੋਕਾਂ ਨੂੰ ਉਹਨਾਂ ਦੇ ਸਾਈਡ ਇਫੈਕਟ ਨਹੀਂ ਪਤਾ ਕਿ ਉਹਨਾਂ ਦੇ ਸਾਈਡ ਇਫੈਕਟ ਕੀ ਨੇ ਸਿਹਤ ਦੇ ਉੱਤੇ, ਮਨ ਦੇ ਉੱਤੇ ਔਰ ਸਾਡੀ ਜੇਬ ਦੇ ਉੱਤੇ। ਤਾਂ ਜਿਸ ਤਰੀਕੇ ਨਾਲ ਉਹਦਾ ਬੋਝ ਪੈ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਬਹੁਤ ਗੰਭੀਰ ਸਮੱਸਿਆ ਜਿਹੜੀ ਬਣਨ ਜਾ ਰਹੀ ਹੈ। ਗੱਲਬਾਤ ਦੀ ਸ਼ੁਰੂਆਤ ਕਰ ਲੈਂਦੇ ਹਾਂ। ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਹਾਂ ਗੋਰਿਆਂ ਦੇ ਵੈਦ ਦੀ, ਉਹਨਾਂ ਦੀ ਗੱਲਬਾਤ ਤੋਂ ਸ਼ੁਰੂ ਕਰ ਲੈਂਦੇ ਹਾਂ। ਵੈਦ ਜੀ, ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ। ਹਕੀਕਤ ਟੀਵੀ ਪੰਜਾਬੀ ਦੇਖਣ ਵਾਲਿਆਂ ਦਾ ਸਾਰਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਨੂੰ ਜਿਹੜੇ ਤੁਹਾਡੇ ਦਵਾਖਾਨੇ ਦਾ ਨਵੀਂ ਲੋਕੇਸ਼ਨ ਹੈਗੀ ਹੈ ਉਸ ਦੀਆਂ ਬਹੁਤ-ਬਹੁਤ ਮੁਬਾਰਕਾਂ। ਲੋਕਾਂ ਨੂੰ ਧਿਆਨ 'ਚ ਹਮੇਸ਼ਾ ਹੀ ਤੁਸੀਂ ਰੱਖਦੇ ਹੋ, ਲੋਕਾਂ ਦਾ ਹੁਣ ਵੀ ਤੁਸੀਂ ਲੋਕਾਂ ਦਾ ਧਿਆਨ ਰੱਖਿਆ। ਸਾਨੂੰ ਇਹ ਦੱਸੋ ਕਿ ਅਗਰ ਪਹਿਲਾਂ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਸੀ ਤੁਹਾਡਾ ਦਵਾਖਾਨਾ, ਤੇ ਹੁਣ ਤੁਸੀਂ ਇਹ ਕਿੱਥੇ ਲੋਕੇਸ਼ਨ ਹੈ, ਕਿਸ ਤਰੀਕੇ ਨਾਲ ਇੱਥੇ ਪਹੁੰਚਿਆ ਜਾਏ, ਅਗਲੀ ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ ਫਿਰ ਉਸ ਤੋਂ ਬਾਅਦ। ਦੇਖੋ ਜੀ, ਸਭ ਤੋਂ ਪਹਿਲਾਂ ਤੇ ਜਿਹੜਾ ਇਹਦਾ ਕ੍ਰੈਡਿਟ ਜਾਂਦਾ ਹਕੀਕਤ ਟੀਵੀ ਪੰਜਾਬੀ ਦੀ ਸਾਰੀ ਟੀਮ ਨੂੰ, ਤੇ ਸਪੈਸ਼ਲੀ ਜਿਹੜਾ ਕ੍ਰੈਡਿਟ ਜਾਂਦਾ ਇਹ ਫਰੂਕੀ ਸਾਹਿਬ ਨੂੰ ਜਾਂਦਾ, ਜਿਨ੍ਹਾਂ ਨੇ ਮੈਨੂੰ ਇਸ ਕੰਮ ਲਈ ਇੰਨਾ ਪ੍ਰਮੋਟ ਕੀਤਾ, ਇੰਨਾ ਵਧੀਆ ਤਰੀਕੇ ਨਾਲ ਸਮਝਾਇਆ ਵੀ ਜੋ ਵੀ ਤੁਹਾਡਾ ਫਾਇਦਾ ਗੋਰੇ ਚੱਕ ਰਹੇ ਨੇ ਇੰਨੀ ਦੂਰ ਬੈਠੇ, ਉਹ ਸਾਡਾ ਜਿਹੜਾ ਫਾਇਦਾ ਉਹ ਪੰਜਾਬੀ ਵੀਰਾਂ ਨੂੰ ਵੀ ਹੋਣਾ ਚਾਹੀਦਾ। ਸਾਡੇ ਜਿਹੜੇ ਨੇੜੇ ਰਹਿੰਦੇ ਨੇ, ਜਿਹੜੇ ਸਾਡੇ ਜਿਗਰ ਦੇ ਟੁਕੜੇ ਨੇ, ਜਿਹੜੇ ਸਾਡੇ ਫੈਮਿਲੀ ਮੈਂਬਰ ਨੇ, ਉਹਨਾਂ ਨੂੰ ਵੀ ਹੋਣਾ ਚਾਹੀਦਾ। ਸੋ ਇਹਨਾਂ ਦਾ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਹੱਥ ਜੋੜ ਕੇ
ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਮੈਨੂੰ ਇੰਨੇ ਚੰਗੇ ਰਾਹ ਤੇ ਪਾਇਆ, ਇੰਨਾ ਮੋਟੀਵੇਟ ਕੀਤਾ ਕਿ ਮੈਂ ਅੱਜ ਨਵਾਂ ਇੱਕ ਦਫ਼ਤਰ ਸਪੈਸ਼ਲ ਜਿਹੜਾ ਕਲੀਨਿਕ ਬਣਾਇਆ ਉਹ ਇਦਾਂ ਦੀ ਲੋਕੇਸ਼ਨ ਤੇ ਬਣਾਇਆ ਜਿੱਥੇ ਕਿ ਆਉਣਾ ਹਰ ਇੱਕ ਮੇਰੇ ਵੀਰ ਨੂੰ ਬਹੁਤ ਸੌਖਾ ਹੈ। ਬੱਸ ਸਟੈਂਡ ਤੋਂ ਉਤਰ ਕੇ ਤੁਹਾਨੂੰ ਕੋਈ ਰਿਕਸ਼ਾ ਜਾਂ ਕੋਈ ਕਨਵੈਂਸ ਕਰਨ ਦੀ ਲੋੜ ਨਹੀਂ। ਤੁਸੀਂ ਵਾਕਿੰਗ ਡਿਸਟੈਂਸ ਦੇ ਉੱਤੇ ਨਰਿੰਦਰ ਥੀਏਟਰ ਹੈਗਾ, ਨਰਿੰਦਰ ਸਿਨੇਮਾ ਹੈਗਾ, ਨਰਿੰਦਰ ਸਿਨੇਮੇ ਦੇ ਬਿਲਕੁਲ ਸਾਹਮਣੇ ਅਰੋੜਾ ਪ੍ਰਾਈਮ ਟਾਵਰ ਹੈਗਾ, ਜਿੱਥੋਂ ਤੁਸੀਂ ਜਲੰਧਰ ਆਉਣ ਲਈ ਪਹਿਲਾ ਪੁਲ ਐਂਟਰ ਕਰਨਾ BMC ਚੌਂਕ ਤੋਂ ਪਹਿਲਾਂ, ਜਿੱਥੇ ਪੁਲ ਖਤਮ ਹੁੰਦਾ ਉਹਦੇ ਬਿਲਕੁਲ ਟੱਕਰ ਦੇ ਉੱਤੇ 2 ਸਾਈਡ ਓਪਨ ਬਾਰ ਬੋਰਡ ਲੱਗੇ ਤੁਹਾਨੂੰ ਨਜ਼ਰ ਆ ਜਾਣਗੇ। ਤੇ ਆਉਣ ਦਾ ਜਿਹੜਾ ਰਸਤਾ ਹੈ ਤੇ ਆਉਣ ਦਾ ਜਿਹੜਾ ਡਾਇਰੈਕਸ਼ਨ ਹੈ ਬੇਹੱਦ ਆਸਾਨ ਹੈ। ਤੁਸੀਂ ਬੱਸ ਸਟੈਂਡ ਦੇ ਉੱਤੋਂ ਤੁਰ ਕੇ ਵੀ ਆ ਸਕਦੇ ਹੋ। ਜੀ। ਤੇ ਹੁਣ ਗੱਲਬਾਤ ਸ਼ੁਰੂ ਕਰ ਲੈਂਦੇ ਹਾਂ। ਜਿਹੜੀ ਇੰਟਰਵਿਊ ਤੇ ਸਾਡਾ ਮੌਜੂ ਹੈਗਾ ਸੀ, ਜੋ ਮੁੱਦਾ ਹੈਗਾ ਸੀ ਵੈਦ ਜੀ, ਸ਼ੁਰੂਆਤ ਦੇ ਵਿੱਚ ਹੀ ਤੁਸੀਂ ਕਿਉਂਕਿ ਗੋਰਿਆਂ ਦੇ ਵੈਦ ਹੋ, ਗੋਰੇ ਕਿੰਨੀ ਕੁ ਯੂਜ਼ ਕਰਦੇ ਨੇ ਮੈਡੀਸਨ, ਉਧਰ ਵੀ ਇੱਥੋਂ ਐਡਵਾਂਸ ਜਿਹੜੀਆਂ ਦਵਾਈਆਂ ਨੇ ਔਰ ਉਹਨਾਂ ਦੇ ਐਡਵਾਂਸ ਮੈਨੂੰ ਲੱਗਦਾ ਕਿ ਸਾਈਡ ਇਫੈਕਟ ਹੋਣਗੇ, ਉਹ ਕਿਵੇਂ ਯੂਜ਼ ਕਰਦੇ ਨੇ, ਉੱਥੋਂ ਦੇ ਕੀ ਰਿਵਾਜ ਹੈਗਾ? ਦੇਖੋ ਫਾਰੂਕੀ ਸਾਹਿਬ, ਤੁਸੀਂ ਜਾਣ ਕੇ ਜਾਂ ਸੁਣ ਕੇ ਬਹੁਤ ਹੈਰਾਨ ਹੋਵੋਗੇ ਇਹ ਗੱਲ ਨੂੰ ਸਮਝ ਕੇ ਕਿ ਜਿਹੜੇ ਗੋਰੇ ਨੇ ਉਹ ਐਲੋਪੈਥੀ ਮੈਡੀਸਨ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ, ਲਾਈਕ ਨਹੀਂ ਕਰਦੇ, ਕਿਉਂਕਿ ਕੋਈ ਵੀ ਦਵਾਈ ਹੈ ਨਾ ਉਹਨੂੰ ਉਸੇ ਵੇਲੇ ਗੂਗਲ 'ਤੇ ਪਾ ਕੇ ਚੈੱਕ ਕਰ ਲੈਂਦੇ ਨੇ ਕਿ ਉਹਦੇ ਵਿੱਚ ਕਿੰਨੇ ਸਾਈਡ ਇਫੈਕਟ ਨੇ। ਸਪੈਸ਼ਲੀ ਜਿਹੜੇ ਅੰਗਰੇਜ਼ੀ ਦਵਾਈਆਂ ਨੇ ਨਾ ਉਹਨਾਂ ਕੈਮੀਕਲ ਬੇਸਡ ਹੁੰਦੀਆਂ, ਕੈਮੀਕਲ ਬੇਸਡ ਹੋਣ ਕਰਕੇ ਉਹਨਾਂ ਦਾ ਆਪਣੇ ਲੀਵਰ ਦੇ ਉੱਤੇ, ਕਿਡਨੀਆਂ ਦੇ ਉੱਤੇ ਜਾਂ ਆਪਣੀਆਂ ਅੱਖਾਂ ਦੇ ਉੱਤੇ, ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਮਲਟੀਪਲ ਆਰਗਨ ਜਿਹੜਾ ਫੇਲੀਅਰ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ। ਇੱਕ ਤਾਂ ਉਹ ਜਦੋਂ ਆਪਾਂ ਦਵਾਈ ਲੈਂਦੇ ਹਾਂ ਉਸੇ ਵੇਲੇ ਤੁਹਾਡਾ BP ਨੂੰ ਬਹੁਤ ਜ਼ਿਆਦਾ ਸ਼ੂਟ ਕਰ ਦਿੰਦੇ ਨੇ। ਉਹਦੇ ਵਿੱਚ BP ਜਦੋਂ ਇੰਨਾ ਜ਼ਿਆਦਾ ਵੱਧ ਜਾਏਗਾ ਕਿਸੇ ਦਾ ਤੇ ਉਹਦੇ ਵਿੱਚ ਹਾਰਟ ਅਟੈਕ ਹੋਣ ਦੇ ਬੜੇ ਚਾਂਸਸ ਬਣ ਜਾਂਦੇ ਨੇ। ਸੋ ਇਹਨਾਂ ਦੇ ਮਲਟੀਪਲ ਸਾਈਡ ਇਫੈਕਟ ਹੋਣ ਕਰਕੇ ਜਿਹੜੇ ਗੋਰੇ ਨੇ ਉਹ ਆਪਣੀਆਂ ਦਵਾਈਆਂ ਨੂੰ ਬਿਲਕੁਲ ਨਹੀਂ, ਹਾਂ ਆਪਾਂ ਇੱਥੇ ਐਲੋਪੈਥੀ ਨੂੰ ਨਿੰਦ ਨਹੀਂ ਰਹੇ, ਕਿਉਂਕਿ ਐਲੋਪੈਥੀ ਇੱਕ ਡਿਫਰੈਂਟ ਚੀਜ਼ ਹੈ, ਉਹ ਇੱਕ ਪੈਥੀ ਹੈ, ਉਹ ਇੱਕ ਲਾਈਫ ਸੇਵਰ ਦਾ ਵੀ ਕੰਮ ਕਰਦੀ ਹੈ। ਕੋਈ ਵੀ ਚੀਜ਼ ਹੈ, ਸਾਇੰਸ ਹੈ, ਉਹਨੂੰ ਤੁਸੀਂ ਚੰਗੇ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹੋ, ਮਾੜੇ ਤਰੀਕੇ ਨਾਲ ਵੀ ਯੂਜ਼ ਕਰ ਸਕਦੇ ਹੋ। ਜਦੋਂ ਤੁਸੀਂ ਤੁਹਾਡੀ ਲਾਈਫ ਸੇਵ ਕਰਨ ਦਾ ਮੈਟਰ ਹੈ, ਉਹਦੇ ਵਿੱਚ ਐਲੋਪੈਥੀ 100% ਕੰਮ ਕਰਦੀ ਹੈ, ਆਯੁਰਵੇਦ ਨਾਲੋਂ ਜ਼ਿਆਦਾ ਫਾਸਟ ਕੰਮ ਕਰਦੀ ਹੈ। ਪਰ ਕਈ ਰੋਗਾਂ ਦੇ ਵਿੱਚ ਜਦੋਂ ਆਪਾਂ ਕਹਿੰਦੇ ਹਾਂ ਵੀ ਰੋਗ ਨੂੰ ਆਪਾਂ ਜੜ੍ਹ ਤੋਂ ਖਤਮ ਕਰਨਾ, ਤੇ ਉਹਦੇ ਵਿੱਚ ਆਯੁਰਵੇਦ ਜ਼ਿਆਦਾ ਬੈਟਰ ਹੈ। ਹਾਂਜੀ ਜੀ। ਅੱਛਾ, ਇੱਕ ਗੱਲ ਹੋਰ ਦੱਸੋ, ਇੱਥੇ ਲਗਾਤਾਰ ਜਿਹੜੇ ਸਾਡੇ ਇੰਡੀਆ ਦੇ ਵਿੱਚ ਲਗਾਤਾਰ ਮੈਡੀਕਲ ਸਟੋਰਾਂ ਦੇ ਉੱਤੇ ਜਿਹੜੀਆਂ ਦਵਾਈਆਂ ਹੈਗੀਆਂ ਨੇ, ਗ੍ਰਸਤੀ ਤੋਂ ਪਹਿਲਾਂ ਲੈਣ ਵਾਲੀਆਂ ਜਿਹੜੀਆਂ ਕਥਾਤਿਕ, ਅਸੀਂ ਦਵਾਈਆਂ ਤਾਂ ਨਹੀਂ ਅਸੀਂ ਉਹਨੂੰ ਕਹਾਂਗੇ, ਕਿ ਫਿਰ ਬੰਦਾ ਪੈਸੇ ਵੀ ਖਰਚ ਕਰਦਾ ਹੈ, ਜੇਬ 'ਤੇ ਵੀ ਬੋਝ ਬਣਦਾ ਹੈ, ਤੇ ਫਿਰ ਬਿਮਾਰੀਆਂ ਨੇ ਜਿਹੜੀਆਂ ਗੋਲੀਆਂ ਖਾ ਕੇ ਗ੍ਰਸਤ ਵਾਲੇ ਪਾਸੇ ਨੂੰ ਜਿਹੜੇ ਲੋਕ ਪਏ ਹੋਏ ਨੇ, ਕਿਹੜੀਆਂ ਬਿਮਾਰੀਆਂ ਨੇ ਜਿਹੜੀਆਂ ਦੀ ਜਕੜ ਦੇ ਵਿੱਚ ਆ ਜਾਂਦਾ ਇਨਸਾਨ? ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ ਇਹਨਾਂ ਨੂੰ ਦਵਾਈਆਂ ਤਾਂ ਨਹੀਂ ਕਹਿ ਸਕਦੇ, ਇਹਨਾਂ ਨੂੰ ਆਪਾਂ ਨਸ਼ੀਲੀਆਂ ਚੀਜ਼ਾਂ ਕਹਿ ਸਕਦੇ ਹਾਂ, ਡਰੱਗਸ ਕਹਿ ਸਕਦੇ ਹਾਂ। ਦਵਾਈਆਂ ਕਹਿਣਾ ਤਾਂ ਇਹਨਾਂ ਨੂੰ ਗਲਤ ਹੋਏਗਾ। ਦਵਾਈ ਤੇ ਉਹ ਹੁੰਦੀ ਹੈ ਜਿਹੜੀ ਕਿਸੇ ਨੂੰ ਬਚਾਏ, ਜਾਂ ਜਿਹੜੀ ਦਵਾਈ ਲੈ ਕੇ ਬੰਦਾ ਠੀਕ ਹੋ ਜਾਏ, ਠੀਕ ਨਹੀਂ। ਇਹਨੂੰ ਆਪਾਂ ਕਹਾਂਗੇ ਬੰਦਾ ਜਿਹੜਾ ਆਪਣੇ ਆਪ ਨੂੰ ਇੱਕ ਤਸੱਲੀ ਦਿੰਦਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਲਈਏ ਵੀ ਧੱਕਾ ਸਟਾਰਟ ਹੋ ਜਾਂਦਾ। ਧੱਕਾ ਸਟਾਰਟ ਵੀ ਕਾਹਦਾ ਹੋ ਜਾਂਦਾ, ਤੁਸੀਂ ਦਵਾਈ ਲੈ ਕੇ ਵੀ ਇੰਨਾ ਅਨਈਜ਼ੀ, ਇੰਨਾ ਅਨਕੰਫਰਟੇਬਲ ਫੀਲ ਕਰਦੇ ਹੋ। ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ BP ਉਹ ਸ਼ੂਟ ਕਰ ਜਾਏਗਾ। BP ਸ਼ੂਟ ਹੋਣ ਕਰਕੇ ਤੁਹਾਡਾ ਸਿਰ ਜਿਹੜਾ ਉਹ ਦਰਦ ਕਰਨਾ ਸ਼ੁਰੂ ਕਰ ਦੇਗਾ। ਦੂਜੇ ਨੰਬਰ 'ਤੇ ਤੁਹਾਡੀ ਹਾਰਟ ਬੀਟ ਵੱਧ ਜਾਏਗੀ। ਤੀਜੇ ਨੰਬਰ 'ਤੇ ਤੁਸੀਂ ਅਨਈਜ਼ੀ, ਤੁਹਾਨੂੰ ਇੱਦਾਂ ਲੱਗੇਗਾ ਵੀ ਮੈਨੂੰ ਜਿੱਦਾਂ ਵੋਮਿਟ ਆਉਣ ਵਾਲੀ ਹੋ ਗਈ ਹੈ। ਅਤੇ ਇੰਨਾ ਤੁਸੀਂ ਕੰਫਰਟ ਆਪਣੇ ਆਪ ਨੂੰ ਦੇ ਕੇ, ਇੰਨੇ ਤੁਸੀਂ ਆਪਣੇ ਆਪ ਨੂੰ ਔਖੇ ਕਰਕੇ ਕਿਹੜਾ ਤੁਸੀਂ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ। ਜਿਹੜਾ ਤੁਸੀਂ ਸੁੱਖ ਪ੍ਰਾਪਤ ਕਰਦੇ ਹੋ ਉਹ ਵੀ ਸੁੱਖ ਜਿਹੜਾ ਪ੍ਰੋਪਰਲੀ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਤੁਸੀਂ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਬਹੁਤ ਦੁਖੀ ਹੋ ਚੁੱਕੇ ਹੋ। ਸਭ ਤੋਂ ਮੇਨ ਜਿਹੜੀ ਚੀਜ਼ ਆ ਇਹ ਵੀ ਜਿਹੜੀਆਂ ਡਰੱਗ ਹੈ ਉਹ ਇਰੈਕਸ਼ਨ ਦੇ ਉੱਤੇ ਮਾੜਾ ਮੋਟਾ ਕੰਮ ਕਰਦੀਆਂ, ਬਟ ਉਹਦੇ ਨਾਲ ਜਿਹੜਾ ਟਾਈਮਿੰਗ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ। ਤੇ ਫਿਰ ਕਿਹੜੀ ਬਿਮਾਰੀ ਹੈ ਜਦੋਂ ਇਸ ਤਰੀਕੇ ਨਾਲ ਅਸੀਂ ਗ੍ਰਸਤ ਵਾਲੇ ਪਾਸੇ ਨੂੰ ਪੈਂਦੇ ਹਾਂ, ਨਾ ਸਿਰਫ ਬੰਦੇ ਨੂੰ ਸਗੋਂ ਨਾਲ ਦੇ ਸਾਡੇ ਪਾਰਟਨਰ ਨੂੰ ਵੀ ਜਿਹੜੀ ਉਹ ਬਿਮਾਰੀ ਲੱਗਣ ਦਾ ਖਦਸ਼ਾ ਰਹਿੰਦਾ ਹੈ? ਦੇਖੋ ਜੀ, ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਇਹਦੇ ਨਾਲ ਰਿਲੇਟਡ ਨੇ, ਕਿਉਂਕਿ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਇਹਦੇ ਵਿੱਚ ਸਟ੍ਰੈਸ ਹਾਰਮੋਨ ਕੰਮ ਕਰਦਾ। ਜਿਹੜਾ ਸਟ੍ਰੈਸ ਹੈ ਨਾ ਉਹ ਇੰਨੀ ਮਾੜੀ ਚੀਜ਼ ਹੈ ਨਾ, ਉਹਦੇ ਕਰਕੇ ਹੀ BP ਹੁੰਦਾ, ਉਹਦੇ ਕਰਕੇ ਹੀ ਸ਼ੂਗਰ ਹੁੰਦਾ ਹੈ, ਉਹਦੇ ਕਰਕੇ ਹੀ ਮਲਟੀਪਲ ਆਰਗਨ ਜਿਹੜੇ ਨੇ ਉਹ ਡਿਸਟਰਬ ਹੋ ਜਾਂਦੇ ਨੇ, ਆਪਣਾ ਸਾਰਾ ਲਾਈਫ ਸਟਾਈਲ ਹੀ ਡਿਸਟਰਬ ਹੋ ਜਾਂਦਾ। ਆਪਣੇ ਆਪ ਨੂੰ ਤਾਂ ਤੁਸੀਂ ਸਟ੍ਰੈਸ ਜਿਹੜੀ ਲਾਈਫ ਦੇ ਰਹੇ ਹੋ ਆਪਣੇ ਪਾਰਟਨਰ ਨੂੰ ਵੀ ਦੇ ਰਹੇ ਹੋ, ਜਦ ਕਿ
ਅਗਲਾ ਇਹ ਚਾਹੁੰਦਾ ਵੀ ਮੈਨੂੰ ਜਿਹੜਾ ਸਰੀਰਕ ਸੁੱਖ ਨਾਲੋਂ ਜਿਹੜਾ ਮੈਨੂੰ ਆਤਮਿਕ ਸੁੱਖ ਹੈ ਉਹ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਵੀ ਦੁਖੀ ਕਰ ਰਹੇ ਹਾਂ, ਆਪਣੇ ਪਾਰਟਨਰ ਨੂੰ ਵੀ ਦੁਖੀ ਕਰ ਰਹੇ ਹਾਂ, ਕਿਉਂਕਿ ਆਪਾਂ ਉਹ ਆਪਣੇ ਪਾਰਟਨਰ ਨੂੰ ਇਹ ਚੀਜ਼ ਨੂੰ ਕਨਵਿੰਸ ਨਹੀਂ ਕਰ ਰਹੇ, ਸਮਝਾ ਨਹੀਂ ਰਹੇ ਕਿ ਮੈਂ ਇਸ ਗੱਲੋਂ ਔਖਾ ਵਾਂ। ਉਹਦੇ ਦਿਮਾਗ ਦੇ ਵਿੱਚ ਵੱਖਰਾ ਸ਼ੱਕ ਹੈ ਵੀ ਸ਼ਾਇਦ ਇਹਦਾ ਬਾਹਰ ਕਿਤੇ ਅਫੇਅਰ ਚੱਲਦਾ ਪਿਆ ਤਾਂ ਮੇਰੇ ਨਾਲ ਸੰਭੋਗ ਨਹੀਂ ਕਰਦਾ, ਤਾਂ ਮੇਰੇ ਨਾਲ ਵਧੀਆ ਤਰੀਕੇ ਨਾਲ ਨਹੀਂ ਮਿਲਦਾ, ਜਾਂ ਮੇਰੇ ਨਾਲ ਖਿਜਿਆ ਰਹਿੰਦਾ, ਜਾਂ ਕੋਈ ਵੀ ਗੱਲ ਹੈ। ਇਹਦੇ ਨਾਲ ਬੈਟਰ ਇਹ ਵੇ ਕਿ ਜਿਹੜੀ ਤੁਸੀਂ ਗੰਢ ਬੰਨ੍ਹ ਕੇ ਬੈਠੇ ਹੋ ਉਹਨੂੰ ਗੰਢ ਨੂੰ ਖੋਲੋ, ਪਾਰਟਨਰ ਨਾਲ ਡਿਸਕਸ ਕਰੋ, ਆਪਣੇ ਟੈਸਟ ਕਰਾਓ, ਜਿਹੜਾ ਤਰਤੀਬ ਵਾਈਜ਼ ਇਲਾਜ ਬਣਦਾ ਮੇਰੇ ਕੋ ਨਹੀਂ ਕਿਸੇ ਕੋ ਵੀ ਕਰਾਓ ਜਿਹਦੇ 'ਤੇ ਤੁਹਾਨੂੰ ਯਕੀਨ ਹੋਏ। ਬੇਸਿਕਲੀ ਆਪਾਂ ਇੱਥੇ ਇੱਕ ਅਵੇਅਰਨੈਸ ਸਪਰੈਡ ਕਰਨ ਲਈ ਬੈਠੇ ਹਾਂ। ਸਾਡਾ ਇੱਥੇ ਬਹਿ ਕੇ ਕਿਸੇ ਪ੍ਰੋਡਕਟ ਦੀ ਪ੍ਰਮੋਸ਼ਨ ਕਰਨਾ ਜਾਂ ਆਪਾਂ ਇੱਥੇ ਦਵਾਈ ਵੇਚਣ ਲਈ ਨਹੀਂ ਆਏ। ਬਸ ਇਹੀ ਹੈ ਵੀ ਇਲਤਜਾ ਇਹੀ ਹੈ, ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਹੈ ਵੀ ਜੇ ਕਿਸੇ ਵੀਰ ਭਰਾ ਨੂੰ ਪ੍ਰੋਬਲਮ ਹੋ ਗਈ ਹੈ ਉਹਨੂੰ ਆਪਣੇ ਪਾਰਟਨਰ ਨੂੰ ਕਨਵਿੰਸ ਕਰਕੇ ਉਹਦੇ ਮੂਹਰੇ ਡਿਸਕਲੋਜ਼ ਕਰਕੇ ਉਹਨੂੰ ਸਮਝਾ ਕੇ ਉਹਦਾ ਪ੍ਰੋਪਰ ਜਿਹੜਾ ਬੰਦਾ ਟਰੀਟਮੈਂਟ ਹੈ ਤਰਤੀਬ ਵਾਈਜ਼ ਜਿਹੜਾ ਬੰਦਾ ਜੋ ਵੀ ਉਹਦੀ ਪ੍ਰੋਬਲਮ ਹੈ ਉਹਦਾ ਡਾਇਗਨੋਸ ਕਰਾ ਕੇ ਉਹਦੇ ਲਈ ਮੈਂ ਬੈਠਾ ਵਾਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਤੁਸੀਂ ਫ੍ਰੀ ਆਫ ਕਾਸਟ ਮੇਰੇ ਨੰਬਰ ਦੇ ਉੱਤੇ ਮੈਨੂੰ ਫੋਨ ਕਰੋ, ਮੇਰੇ ਨਾਲ ਕੋਈ ਵੀ ਗੱਲ ਦਾ ਡਿਸਕਸ਼ਨ ਕਰੋ, ਬਜਾਏ ਤੁਸੀਂ ਜਿਹੜੇ ਵੀ ਪਿੰਡ ਤੁਹਾਡੇ ਤੁਸੀਂ ਜਿਹੜੇ ਵੀ ਸ਼ਹਿਰ 'ਚ ਰਹਿੰਦੇ ਹੋ ਤੁਸੀਂ ਉੱਥੋਂ ਆਓ ਬੱਸ ਫੜ ਕੇ ਮੇਰੇ ਨਾਲ ਮੇਰੇ ਨਾਲ ਫੋਨ 'ਤੇ ਫ੍ਰੀ 'ਚ ਸਲਾਹ ਲਓ, ਮੈਂ ਤੁਹਾਨੂੰ ਫ੍ਰੀ 'ਚ ਸਲਾਹ ਦੇਵਾਂਗਾ। ਜੇ ਕਿਸੇ ਮੈਡੀਕਲ ਸਹਾਇਤਾ ਦੀ ਤੁਹਾਨੂੰ ਲੋੜ ਹੋਏਗੀ ਤਾਂ ਤੁਹਾਨੂੰ ਟਰੀਟਮੈਂਟ ਦਿੱਤਾ ਜਾਏਗਾ। ਜੇ ਤੁਸੀਂ ਥਰੂ ਕਾਉਂਸਲਿੰਗ ਠੀਕ ਹੁੰਦੇ ਹੋਏ ਤਾਂ ਆਪਾਂ ਤੁਹਾਨੂੰ ਫਸਟ ਪ੍ਰੈਫਰੈਂਸ ਇਹੀ ਹੈ ਵੀ ਥਰੂ ਕਾਉਂਸਲਿੰਗ ਹੀ ਆਪਾਂ ਤੁਹਾਨੂੰ ਠੀਕ ਕਰੀਏ। ਜੀ ਇੱਕ ਗੱਲ ਹੋਰ ਵੀ ਸਾਨੂੰ ਸਮਝਾਓ ਵੈਦ ਜੀ, ਸਟਾਰਟਿੰਗ ਦੇ ਵਿੱਚ ਜਿਹੜਾ ਇਨਸਾਨ ਹੈਗਾ ਉਹ 10 ਰੁਪਏ ਵਾਲੀ ਗੋਲੀ ਤੋਂ ਸ਼ੁਰੂ ਕਰਦਾ ਹੈ ਤੇ 500 ਤੱਕ ਉਹ ਚਲੇ ਜਾਂਦਾ ਹੈ, ਉਹਦਾ ਕੀ ਕਾਰਨ ਹੈ? ਸੈਟੀਸਫਾਈ ਉਹ ਫਿਰ ਵੀ ਨਹੀਂ ਹੁੰਦਾ। ਇਹ ਕੀ ਅੰਤਰ ਕੀ ਹੈ? 10 ਤੋਂ ਸ਼ੁਰੂ ਹੋ ਕੇ 500 ਤੱਕ ਦਾ ਸਫ਼ਰ ਹੈ ਜਿਹੜਾ ਉਹ ਕਿਵੇਂ ਤੈਅ ਕਰ ਲੈਂਦਾ? ਦੇਖੋ ਜੀ ਕਨਸੈਪਟ ਕੀ ਹੈਗਾ, ਕਨਸੈਪਟ ਇਹ ਹੈਗਾ ਜਦੋਂ ਵੀ ਕੋਈ ਵੀ ਫਿਜ਼ੀਸ਼ੀਅਨ ਹੋ ਗਿਆ, ਕੋਈ ਵੀ ਜਿਹਨੇ ਡਾਇਗਨੋਸ ਕਰਨਾ, ਜਦੋਂ ਉਹ ਲਟੇਰੇ ਬਣ ਜਾਂਦੇ ਨੇ, ਆਪਾਂ ਕਿਸੇ ਇੱਕ ਪਾਰਟੀਕੂਲਰ ਬੰਦੇ ਦੀ ਗੱਲ ਨਹੀਂ ਕਰ ਰਹੇ, ਆਪਾਂ ਪੂਰੇ ਪੰਜਾਬ ਦੀ ਗੱਲ ਕਰ ਰਹੇ ਹਾਂ। ਇਸ ਵੇਲੇ ਇੱਕ ਨੈਕਸਸ ਹੈ, ਇੱਕ ਮਾਫੀਆ ਜਿਹੜਾ ਫੈਲਿਆ ਹੋਇਆ ਪਿੰਡ ਪਿੰਡ ਗਲੀ ਗਲੀ ਸ਼ਹਿਰ ਸ਼ਹਿਰ ਦੇ ਵਿੱਚ। ਇਹਨਾਂ ਦਾ ਟਰੀਟਮੈਂਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹਨਾਂ ਨੇ ਸਿਰਫ ਪੈਸੇ ਤੁਹਾਡੇ ਕੋਲ ਠੱਗਣੇ ਨੇ। ਦੇ ਆਰ ਓਨਲੀ ਮਨੀ ਗ੍ਰੈਬਰਸ। ਉਹਨਾਂ ਨੇ ਤੁਹਾਡੀ ਮਨੀ ਨੂੰ ਵੇਖਣਾ, ਉਹਨਾਂ ਨੇ ਨਹੀਂ ਤੁਹਾਨੂੰ ਦੇਖਣਾ ਵੀ ਤੁਹਾਡਾ ਬੀਪੀ ਵੱਧਦਾ ਜਾਂ ਨਹੀਂ ਵੱਧਦਾ, ਤੁਹਾਨੂੰ ਸ਼ੂਗਰ ਹੈਗੀ ਹੈ ਕਿ ਨਹੀਂ ਹੈਗੀ। ਤੁਸੀਂ ਸਮਝ ਲਓ ਵੀ ਥੋੜ੍ਹਾ ਜਿਹਾ ਇੱਕ ਸਵਾਦ ਲੈਣ ਲਈ ਤੁਸੀਂ ਆਪਣੀ ਜਾਨ ਨੂੰ ਰਿਸਕ 'ਤੇ ਲਾਇਆ, ਜਾਨ ਨੂੰ ਦਾਅ 'ਤੇ ਲਾਇਆ। ਜਿਹੜਾ ਬੰਦਾ ਮੌਤ ਦੇ ਕੂਏ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਨਾ, ਉਹਨੇ ਵੀ ਹੈਲਮਟ ਪਾਇਆ ਹੁੰਦਾ, ਉਹਦੀ ਵੀ ਬਚਣ ਦੀ ਥੋੜ੍ਹੀ ਬਹੁਤੀ ਜ਼ਿੰਮੇਵਾਰੀ ਹੁੰਦੀ ਹੈ ਵੀ ਬਚ ਜਾਏਗਾ। ਥੱਲੇ ਉਹਨੇ ਗੱਦੇ ਵੀ ਸੁੱਟੇ ਹੁੰਦੇ ਨੇ। ਜਦੋਂ ਤੁਸੀਂ ਕਿਸੇ ਇੱਦਾਂ ਦੇ ਬੰਦੇ ਕੋਲੋਂ ਜਿਹਨੂੰ ਬਿਲਕੁਲ ਕੋਈ ਗਿਆਨ ਨਹੀਂ ਹੈਗਾ ਤੁਹਾਡੇ ਬਾਰੇ, ਜਾਂ ਉਹਨੇ ਸੋਚਿਆ ਨਹੀਂ ਸਮਝਿਆ ਨਹੀਂ, ਤੁਹਾਨੂੰ ਕੋਈ ਵੀ ਗੋਲੀ ਚੱਕ ਕੇ ਦੇ ਦਿੱਤੀ ਹੈ, ਤੁਹਾਡੇ ਬਚਣ ਦੇ ਚਾਂਸਿਸ ਬਿਲਕੁਲ ਘੱਟ ਹੈਗੇ ਨੇ। ਨਾ ਤੁਸੀਂ ਹੈਲਮਟ ਪਾਇਆ ਤੇ ਨਾ ਹੀ ਥੱਲੇ ਗੱਦੇ ਪਏ ਨੇ। ਸੋ ਇੱਕ ਉਦਾਹਰਨ ਦੇ ਕੇ ਸਮਝਾਉਣ ਵਾਲੀ ਗੱਲ ਹੈ ਵੀ ਤੁਸੀਂ ਆਪਣੀ ਲਾਈਫ ਇਨ ਡੇਂਜਰ ਕਰ ਰਹੇ ਹੋ ਸਿਰਫ ਇੱਕ ਥੋੜ੍ਹੇ ਜਿਹੇ ਮਜ਼ੇ ਲਈ। ਸਗੋਂ ਇਹਦੇ ਨਾਲੋਂ ਬੈਟਰ ਇਹ ਵੇ ਕਿ ਜੋ ਤਰਤੀਬ ਵਾਈਜ਼ ਇਲਾਜ ਬੰਦਾ ਉਹ ਕਰਾਓ। ਇਹ ਸਾਰਾ ਮੈਂ ਤੁਹਾਨੂੰ ਤਰਤੀਬ ਵਾਈਜ਼ ਪੌੜੀ ਦਰ ਪੌੜੀ ਸਮਝਾਉਂਦਾ ਵਾਂ ਵੀ ਇਹ ਕਿੱਦਾਂ ਚੱਲਦਾ ਕੰਮ। 10 ਰੁਪਏ ਤੋਂ 500 ਰੁਪਏ ਦਾ ਸਫ਼ਰ ਕਿੱਦਾਂ ਹੁੰਦਾ। ਪਹਿਲਾ ਬੰਦਾ ਜਾਂਦਾ, ਉਹਨੇ ਕਹਿਣਾ ਜੀ ਬੰਦੇ ਨੂੰ ਆਪਣੇ ਉਹਦੇ 'ਤੇ ਲਾਓ, ਦਵਾਈ 'ਤੇ ਲਾਓ। ਜਿੱਦਾਂ ਕਿਸੇ ਨਸ਼ੇੜੀ ਨੂੰ ਸਟਾਰਟਿੰਗ ਦੇ ਵਿੱਚ ਕੋਈ ਫ੍ਰੀ 'ਚ ਨਸ਼ਾ ਦਿੰਦੇ ਆਪਾਂ, ਸੇਮ ਉਹੀ ਕਨਸੈਪਟ ਹੈ ਇੱਥੇ ਵੀ। ਉਹਨਾਂ ਨੇ ਕਹਿਣਾ ਜੀ ਆਹ 5 ਰੁਪਏ ਦੀ ਗੋਲੀ ਹੈ ਭਾਈ, ਤੂੰ ਲੈ ਜਾ, ਤੇਰਾ ਕੰਮ ਸਰ ਜੂਗਾ। ਨੈਕਸਟ ਟਾਈਮ ਉਹਨੇ ਆਉਣਾ, ਉਹਨੇ ਕਹਿਣਾ ਯਾਰ ਉਹ ਗੱਲ ਨਹੀਂ ਬਣੀ, ਥੋੜ੍ਹਾ ਜਿਹਾ ਹੋਰ ਤੇਜ਼ ਕਰਦੇ, ਪੈਸੇ ਭਾਵੇਂ ਵੱਧ ਲੈ ਲਾ। 5 ਤੋਂ ਸਿੱਧਾ ਹੀ 50 ਤੇ, 50 ਤੋਂ ਫਿਰ 100 ਤੇ, 100 ਤੋਂ ਫਿਰ 200 ਤੇ, 200 ਤੋਂ ਫਿਰ 500 ਤੇ। ਚੀਜ਼ ਸੇਮ ਹੀ ਹੈ, ਕੋਈ ਫਰਕ ਨਹੀਂ ਹੈਗਾ। ਸਿਰਫ ਉਹ ਗੋਲੀ ਦਾ ਨਾਮ ਚੇਂਜ ਹੋਣਾ, ਉੱਪਰ ਥੱਲੇ ਹੋਣਾ। ਉਹਨੂੰ ਉੱਪਰ ਕਰਤਾ ਤੇ ਥੱਲੇ ਕਰਤਾ। ਉਹਦੇ ਵਿੱਚ ਕੀ ਹੁੰਦਾ, ਜਿਹੜੀ ਕੈਮਿਸਟ ਦੀ ਬਚਤ ਹੁੰਦੀ ਹੈ ਨਾ, ਉਹ ਵੱਧ ਜਾਂਦੀ ਹੈ। ਜਿਹੜੀ 250 ਰੁਪਏ ਦੀ ਗੋਲੀ ਦੇਣੀ ਉਹਨੇ, ਉਹਦੇ ਵਿੱਚ ਉਹ ਪਿੱਛੋਂ ਨੂੰ 25 ਰੁਪਈਆਂ ਦੀ ਆਣੀ ਹੈ। ਸਿਰਫ ਉਹਦਾ ਜਿਹੜਾ ਪ੍ਰਿੰਟ ਪ੍ਰਾਈਸ ਹੁੰਦਾ ਨਾ, ਉਹ ਉਹਦੇ ਉੱਤੇ ਜਿਹੜਾ ਲਿਖਿਆ ਹੋਇਆ ਪ੍ਰਾਈਸ ਹੈ ਉਹ ਵੱਧ ਜਾਣਾ। ਜਦ ਕਿ ਕੰਮ ਸਾਰਾ ਕੁਝ ਸੇਮ ਹੈ। ਲੀਵਰ ਦਾ, ਕਿਡਨੀਆਂ ਦਾ ਸਤਿਆਨਾਸ਼ ਕਰ ਲੋਗੇ, ਮੁੜ ਕੇ ਕਿਸੇ ਵੀ ਵੈਦ ਹਕੀਮ ਕੋ, ਸਹੀ ਬੰਦੇ ਕੋ ਵੀ ਆਓਗੇ, ਉਹਦੇ ਕੋ ਵੀ ਇਲਾਜ ਕਰਨਾ ਬੜਾ ਔਖਾ ਹੋ ਜਾਏਗਾ ਜੀ। ਤੇ ਫਿਰ ਜਦੋਂ ਲਗਾਤਾਰ ਇਸ ਤਰ੍ਹਾਂ ਗੋਲੀਆਂ ਖਾਂਦੇ ਰਹਿੰਦੇ ਨੇ ਜੀ ਜਿਹੜੇ ਲੋਕ ਹੈਗੇ ਨੇ, ਜਿਹੜੇ ਇਸ ਵੇਲੇ ਸਾਨੂੰ ਦੇਖ ਰਹੇ ਨੇ, ਉਹਨਾਂ ਦੇ ਕਿਸੇ ਦੋਸਤ ਨਾਲ, ਮਿੱਤਰ ਨਾਲ, ਸਾਡੀ ਇੱਕ ਦਿੱਕਤ ਇਹ ਹੈ ਕਿ ਅਸੀਂ ਸਪੈਸ਼ਲਿਸਟ ਨਾਲ ਨਹੀਂ ਗੱਲ ਕਰਦੇ, ਅਸੀਂ ਕਹੀ ਕਹਾਈ ਗੱਲ ਦੇ ਉੱਤੇ ਅਮਲ ਕਰ ਲੈਂਦੇ ਹਾਂ। ਫਿਰ ਉਹਦਾ ਵੀ ਨੁਕਸਾਨ ਹੁੰਦਾ। ਕਿਸੇ ਨੇ ਸਾਨੂੰ ਕਹਿਤਾ, ਮੇਰੇ ਦੋਸਤ ਨੇ ਕਹਿਤਾ ਯਾਰ ਤੂੰ ਇਹ ਨਹੀਂ ਤਾਂ ਆਹ ਟਰਾਈ ਕਰ ਲੈ, ਕਿਸੇ ਰਿਸ਼ਤੇਦਾਰ ਨੇ ਜਾਂ ਕਿਸੇ ਭਾਈ ਬੰਦੂ ਨੇ ਕਹਿਤਾ ਕਿ ਤੂੰ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਆਪਣਾ ਤੂੰ ਅਜ਼ਮਾ ਕੇ ਦੇਖ ਲੈ। ਫਿਰ ਜਿਹੜੀਆਂ ਅਜ਼ਮਾਇਸ਼ਾਂ ਦੇ ਵਿੱਚੋਂ ਲੰਘਦਾ ਹੈ ਉਹ ਕਿਵੇਂ ਜੇ, ਉਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਤੁਸੀਂ? ਦੇਖੋ ਜੀ, ਇਹ ਹੈਗਾ ਵਪਾਰ ਅੱਜ ਦੀ ਡੇਟ ਦੇ ਵਿੱਚ ਇੱਕ ਡਰ ਦਾ, ਇੱਕ ਭੈ ਦਾ।
ਉਹ ਜਿੰਨਾ ਵੱਡਾ ਡਰ ਹੋ ਜਾਏਗਾ ਉਨਾ ਜ਼ਿਆਦਾ ਅਗਲੇ ਦੀ ਪ੍ਰੋਫਿਟੇਬਿਲਿਟੀ ਵੱਧ ਜਾਏਗੀ, ਉਨਾ ਜ਼ਿਆਦਾ ਉਹਨੂੰ ਬਚਤ ਜ਼ਿਆਦਾ ਹੋਏਗੀ। ਮੈਂ ਇੱਥੇ ਤੱਕ ਵੀ ਸੁਣਿਆ ਕਈ ਜਿਹੜੇ ਹੈਗੇ ਨੇ ਨਾ, ਤੁਸੀਂ ਕਿਸੇ ਟੌਪ ਦੇ ਵੈਦ ਨੂੰ ਜਾਂ ਡਾਕਟਰ ਨੂੰ, ਮੈਂ ਇੱਥੇ ਕਿਸੇ ਦਾ ਨਾਮ ਨਹੀਂ ਲਵਾਂਗਾ, ਨਾ ਆਪਣੇ ਕਿਸੇ ਵਿਰੋਧੀ ਦੀ ਨਿੰਦਿਆ ਕਰਨ ਲਈ ਬੈਠੇ ਆਪਾਂ, ਉਹ ਮੈਨੂੰ ਅੱਜ ਹੀ ਫੋਨ ਆਇਆ ਸਵੇਰੇ ਕਿਸੇ ਦਾ ਮੈਨੂੰ ਉਹਨੇ ਇੰਨੀ ਗੱਲ ਦੱਸੀ, ਕਹਿੰਦਾ ਕਿ ਮੈਂ ਨਾ ਕਿਸੇ ਵੈਦ ਨੂੰ ਫੋਨ ਕੀਤਾ ਤੇ ਕਹਿੰਦਾ ਉਹਦਾ ਫੋਨ ਅੱਗੋਂ ਉਹਨੇ ਮੈਨੂੰ ਫੋਨ ਮੇਰਾ ਕੱਟਤਾ। ਜਦੋਂ ਮੇਰਾ ਉਹਨੇ ਫੋਨ ਆਨਸਰ ਨਹੀਂ ਕੀਤਾ, ਨਾਲ ਹੀ ਮੈਨੂੰ ਉਹਦਾ ਮੈਸੇਜ ਆ ਗਿਆ। ਉਸ ਮੈਸੇਜ ਦੇ ਵਿੱਚ ਬੜੀ ਫਨੀ ਗੱਲ ਹੈ, ਹਾਸੇ ਵਾਲੀ ਗੱਲ ਹੈ। ਉਹਦਾ ਮੈਸੇਜ ਦੇ ਵਿੱਚ ਇਹ ਜਵਾਬ ਆਇਆ ਵੀ ਮੇਰਾ ਅਕਾਊਂਟ ਨੰਬਰ ਆ ਏ, ਉਹਦੇ ਵਿੱਚ ਤੁਸੀਂ 10,000 ਰੁਪਈਆ ਜਮ੍ਹਾਂ ਕਰਾ ਦਿਓ। ਤੇ ਮੈਂ ਕਿਹਾ ਫਿਰ ਤੁਸੀਂ ਅੱਗੋਂ ਕੀ ਮੈਸੇਜ ਉਹਨੂੰ ਕੋਈ ਰਿਪਲਾਈ ਕੀਤਾ ਵੀ ਤੁਸੀਂ ਮਨ ਬਣਾਇਆ? ਕਹਿੰਦਾ ਮੈਂ ਉਹਨੂੰ ਤੁਹਾਡੀ ਇੰਟਰਵਿਊ ਸੁਣੀ ਸੀਗੀ ਮੈਂ, ਤੇ ਕਹਿੰਦਾ ਮੈਨੂੰ ਯਾਦ ਆ ਗਈ ਵੀ ਜਿਹੜੇ ਬੰਦੇ ਕੋਲ ਤਾਂ ਪੈਸੇ ਲੈਣ ਤੋਂ ਪਹਿਲਾਂ ਤੇਰੇ ਲਈ ਟਾਈਮ ਨਹੀਂ ਹੈਗਾ, ਉਹਦੇ ਕੋਲ ਬਾਅਦ 'ਚ ਵੀ ਨਹੀਂ ਹੈਗਾ। ਕਹਿੰਦਾ ਮੈਂ ਅੱਗੇ ਲਿਖਤਾ ਨੋ ਸੌਰੀ ਤੇ ਥੈਂਕ ਯੂ, ਵੀ ਮੈਂ ਤੇਰੇ ਕੰਮ ਦੇ ਵਿੱਚ ਇੰਟਰਸਟਿਡ ਨਹੀਂ ਹੈਗਾ, ਸੌਰੀ, ਤੇ ਸੌਰੀ ਦੇ ਨਾਲ ਥੈਂਕ ਯੂ ਇਹ ਲਿਖਤਾ ਵੀ ਤੂੰ ਆਪਣਾ ਆਪ ਮੈਨੂੰ ਦਿਖਾਤਾ, ਉਹਦੇ ਲਈ ਤੇਰਾ ਧੰਨਵਾਦ। ਸੋ ਇੰਨੇ ਸਿਆਣੇ, ਇੰਨੇ ਸਤਰਕ ਹੋ ਜਾਓ ਵੀ ਤੁਸੀਂ ਕਿਸੇ ਵੀ ਠੱਗੀ ਤੋਂ ਬਚ ਜਾਓ। ਸਾਡਾ ਮੇਨ ਏਮ ਇੱਥੇ ਆ ਕੇ ਬੈਠ ਕੇ ਬੋਲਣ ਦਾ ਇਹ ਨਹੀਂ ਹੈਗਾ ਵੀ ਆਪਾਂ ਆਪਣਾ ਕੋਈ ਪ੍ਰੋਡਕਟ ਸੇਲ ਕਰਨ ਲਈ ਬੈਠੇ ਆ। ਇੱਕ ਅਵੇਅਰਨੈਸ, ਜਿਹੜੇ ਤੁਹਾਡੇ ਪੈਸੇ ਨੇ, ਤੁਸੀਂ ਹਾਰਡ ਅਰਨ ਮਨੀ ਹੈ, ਬਹੁਤ ਮਿਹਨਤ ਕਰਕੇ ਕਮਾਉਂਦੇ ਹੋ। ਪੰਜਾਬੀਆਂ ਦਾ ਖੂਨ ਪਸੀਨੇ ਦਾ ਜਿਹੜਾ ਪੈਸਾ ਹੈ ਉਹ ਇੱਦਾਂ ਦੇ ਠੱਗਾਂ ਕੋ, ਚੋਰਾਂ ਕੋ ਵਿਅਰਥ ਨਾ ਜਾਏ। ਜੀ ਜੀ। ਅੱਛਾ, ਲੇਕਿਨ ਜਿਸ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਇਹ ਗੋਲੀਆਂ ਆਈਆਂ ਨੇ, ਜਾਂ ਪਾਵਰ ਵਾਲੀਆਂ ਗੋਲੀਆਂ ਜਿਹੜੀਆਂ ਅਸੀਂ ਇਹਨੂੰ ਕਹਿ ਲਈਏ, ਤੁਹਾਡੇ ਕੋਲ ਇੱਥੇ ਲੋਕ ਆ ਕੇ ਫਿਰ ਜਦੋਂ ਬਿਮਾਰ 'ਚ ਗ੍ਰਸਤ ਹੁੰਦੇ ਨੇ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆਈਆਂ ਤਾਂ ਵੈਸਟਰਨ ਤੋਂ ਨੇ, ਗੋਰਿਆਂ ਦੇ ਮੁਲਕਾਂ 'ਚੋਂ ਆਈਆਂ ਨੇ, ਸਾਨੂੰ ਤਾਂ ਪਤਾ ਵੀ ਨਹੀਂ ਸੀ ਜੀ ਪਹਿਲਾਂ। ਫਿਰ ਗੋਰੇ ਕਿਸ ਨਜ਼ਰ ਨਾਲ ਦੇਖਦੇ ਨੇ ਇਸ ਚੀਜ਼ ਨੂੰ? ਦੇਖੋ ਜੀ, ਗੋਰਿਆਂ ਦਾ ਨਜ਼ਰੀਆ ਬੜਾ ਸਾਫ਼ ਹੈਗਾ। ਪਹਿਲੀ ਗੱਲ ਤੇ ਉਹਨਾਂ ਨੇ ਕੋਈ ਵੀ ਪ੍ਰੋਬਲਮ ਹੋਏ ਛੇਤੀ ਕਿਤੇ ਤੁਹਾਨੂੰ ਦਵਾਈ ਦੇਣੀ ਨਹੀਂ। ਉੱਥੇ ਸਾਡੇ ਨੂੰ ਜਿੱਥੇ ਇੱਥੇ ਮੈਡੀਕਲ ਦੀਆਂ ਸ਼ਾਪਾਂ ਖੁੱਲ੍ਹੀਆਂ ਹੋਈਆਂ, ਆਪਾਂ ਉਹਨਾਂ ਨੂੰ ਕੈਮਿਸਟ ਸਟੋਰ ਕਹਿ ਦਿੰਦੇ ਹਾਂ, ਡਰੱਗ ਸ਼ਾਪ ਕਹਿ ਦਿੰਦੇ ਹਾਂ, ਕੁਛ ਵੀ ਕਹਿ ਦਿੰਦੇ ਹਾਂ। ਅਤੇ ਉਹ ਜਿਹੜੀਆਂ ਚੀਜ਼ਾਂ ਨੇ ਨਾ, ਉਹ ਉੱਥੇ ਹੈ ਹੀ ਨਹੀਂ। ਉੱਥੇ ਤੁਹਾਨੂੰ ਡਾਕਟਰ ਦੀ ਸਲਿੱਪ ਤੋਂ ਬਗੈਰ ਕੋਈ ਦਵਾਈ ਨਹੀਂ ਦੇਣੀ। ਉਹਨਾਂ ਨੇ ਤੁਹਾਨੂੰ ਇੱਕੋ ਹੀ ਟੈਰਾਨੋਲ ਰੱਖੀ ਹੋਈ ਹੈ, ਉਹ ਬੜੀ ਲਾਈਟ ਜੀ ਡਰੱਗ ਹੈਗੀ ਹੈ। ਉਹ ਤੁਹਾਨੂੰ ਸਿਰ ਦਰਦ ਹੋਏ, ਕੁਛ ਹੋਏ, ਉਹਨਾਂ ਨੇ ਸਿਰਫ ਟੈਰਾਨੋਲ ਹੀ ਦੇਣੀ ਹੈ, ਹੋਰ ਕੁਛ ਨਹੀਂ ਦੇਣਾ ਤੁਹਾਨੂੰ। ਜਿਹੜੇ ਬਾਹਰ ਬੈਠੇ ਮੇਰੇ ਵੀਰ ਮੇਰੀ ਇੰਟਰਵਿਊ ਦੇਖਦੇ ਪਏ, ਉਹਨਾਂ ਨੂੰ ਮੇਰੇ ਨਾਲ ਜ਼ਿਆਦਾ ਪਤਾ ਵੀ ਟੈਰਾਨੋਲ ਕੀ ਚੀਜ਼ ਹੈ। ਸੋ ਇੱਕ ਬੜੀ ਲਾਈਟ ਜੀ ਡਰੱਗ ਰੱਖੀ ਹੈ, ਜਿਹਦਾ ਬਹੁਤ ਮਿਨੀਮਮ ਜਿਹਾ ਸਾਈਡ ਇਫੈਕਟ ਨਾ ਮਾਤਰ ਜਿਹਾ ਹੈਗਾ, ਸਿਰਫ ਉਹਨਾਂ ਨੇ ਉਹ ਰੱਖੀ ਹੈ। ਅਦਰਵਾਈਜ਼ ਤੁਸੀਂ ਕੋਈ ਵੀ ਦਵਾਈ ਇੱਦਾਂ ਲੈਣ ਚੱਲ ਜਾਓ ਕਿਸੇ ਸਟੋਰ ਤੋਂ, ਤੁਹਾਨੂੰ ਨਹੀਂ ਦੇਣੀ। ਉਹ ਕਿਉਂ? ਉਹ ਇੰਨੇ ਸਤਰਕ ਨੇ, ਇੰਨੇ ਜ਼ਿਆਦਾ ਆਪਣੇ ਲੋਕਾਂ ਲਈ ਉਹ ਇੰਨੀ ਕਰਦੇ ਨੇ ਵੀ ਜਿੱਦਾਂ ਹਰ ਇੱਕ ਸਿਟੀਜ਼ਨ ਉਹਨਾਂ ਦੇ ਘਰ ਦਾ ਜੀ ਹੁੰਦਾ, ਉਹ ਇੰਨੇ ਜ਼ਿਆਦਾ ਟੈਨਸ਼ਨ ਲੈਂਦੇ ਆਪਣੇ ਬੱਚਿਆਂ ਵੱਲੋਂ ਰੱਖਦੇ ਆਪਣੇ ਸਿਟੀਜ਼ਨਸ ਨੂੰ। ਸਾਡੀ ਸਰਕਾਰਾਂ ਨੂੰ ਵੀ ਚਾਹੀਦਾ, ਮੈਂ ਆ ਜਿਹੜੇ ਨਵੇਂ ਬਣੇ CM ਸਾਹਿਬ ਨੇ, ਇਹਨਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਵਾਂ ਕਿ ਤੁਸੀਂ ਵੀ ਇੰਨੇ ਸਮਝਦਾਰ ਹੋਵੋ, ਆਪਣੇ ਬੱਚਿਆਂ ਨੂੰ ਸਮਝੋ, ਆਪਣੇ ਜਿੰਨੇ ਹੈਗੇ ਪੰਜਾਬੀ ਵੀਰ ਭਰਾ, ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਬਿਨਾਂ ਡਾਕਟਰ ਦੀ ਸਲਿੱਪ ਤੋਂ ਕੋਈ ਵੀ ਦਵਾਈ ਇੱਦਾਂ ਦੀ ਨਹੀਂ ਦੇਣੀ ਚਾਹੀਦੀ ਜਿਹਦੇ ਨਾਲ ਕਿਸੇ ਨੂੰ ਕੋਈ ਸਾਈਡ ਇਫੈਕਟ ਹੋ ਜਾਏ। ਸੋ ਇਹ ਜਿਹੜੀਆਂ ਗੋਰਿਆਂ ਦੀ ਜਿਹੜੀ ਵਿਚਾਰਧਾਰਨਾ, ਇਸ ਚੀਜ਼ ਦੇ ਉੱਤੇ ਬੜੀ ਸਾਫ਼ ਹੈ, ਕਲੀਅਰ ਹੈ। ਉਹ ਕਹਿੰਦੇ ਵੀ ਜਿਹੜੀ ਸਾਡੀ ਸਰਕਾਰ ਹੈ, ਜਿਹੜੀ ਸਾਡੀ ਗੌਰਮੈਂਟ ਹੈ, ਉਹ ਇੱਕ ਚੀਜ਼ ਦੇ ਉੱਤੇ ਪਾਬੰਦੀ ਲਾ ਰਹੀ ਹੈ, ਉਹ ਸੋਚ ਸਮਝ ਕੇ ਲਾ ਰਹੀ ਹੈ। ਉਹ ਚੀਜ਼ ਨੂੰ ਲੈਣਾ ਹੀ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਸਮਝ ਹੈ ਵੀ ਜੇ ਸਾਡੇ ਫਾਇਦੇ ਲਈ ਅਗਲੇ ਨੇ ਪਾਬੰਦੀ ਲਾਈ, ਅਸੀਂ ਉਸ ਪਾਸੇ ਕਿਉਂ ਜਾਈਏ। ਪਰ ਇੱਥੇ ਤਾਂ ਕੰਮ ਉਲਟਾ ਹੈ ਜੀ, ਜਿਸ ਚੀਜ਼ ਤੇ ਪਾਬੰਦੀ ਲੱਗਦੀ ਉਹਦੇ ਨੂੰ ਵੱਧ ਲੋਕ ਭੱਜਦੇ ਨੇ। ਮੈਂ ਤੁਹਾਨੂੰ ਦੱਸਾਂ ਫਰੂਕੀ ਸਾਹਿਬ, ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਰਿਹਾ ਵਾਂ। ਜਿਹੜੀ ਚੀਜ਼ ਦੇ ਉੱਤੇ ਪਾਬੰਦੀ ਲੱਗਦੀ, ਉਹ ਧੜੱਲੇ ਨਾਲ ਵਿਕਦੀ ਹੈ। ਸਗੋਂ ਜਿਸ 'ਤੇ ਪਾਬੰਦੀ ਲੱਗ ਜਾਂਦੀ, ਉਹਦੇ 'ਤੇ ਕੈਮਿਸਟ ਨੂੰ, ਵੇਚਣ ਵਾਲੇ ਨੂੰ ਹੋਰ ਜ਼ਿਆਦਾ ਫਾਇਦਾ ਹੁੰਦਾ, ਕਿਉਂਕਿ ਉਹ ਉਹਨੂੰ ਚੋਰੀ ਵੇਚਣੀ ਪੈਂਦੀ ਹੈ। ਜਿਹੜੀ ਵੀ ਚੀਜ਼ ਉਹਨੂੰ ਚੋਰੀ ਵੇਚਣੀ ਪਏਗੀ, ਉਹਦੇ 'ਤੇ ਪ੍ਰੋਫਿਟੇਬਿਲਿਟੀ ਜ਼ਿਆਦਾ ਵੱਧ ਜਾਏਗੀ। ਸੋ ਇਹਨਾਂ ਚੀਜ਼ਾਂ ਦਾ, ਡਰੱਗਸ ਦਾ ਕੋਈ ਫਾਇਦਾ ਨਹੀਂ ਹੈਗਾ। ਜਿਹੜੇ ਮੇਰੇ ਵੀਰ ਯੂਜ਼ ਕਰ ਚੁੱਕੇ ਨੇ, ਉਹਨਾਂ ਨੂੰ ਵੀ ਪਤਾ ਹੈ ਵੀ ਮੈਂ ਜੋ ਬੋਲ ਰਿਹਾ ਸੱਚ ਬੋਲ ਰਿਹਾ। ਜਿਹੜੇ ਅਜੇ ਕਰਨਾ ਚਾਹ ਰਹੇ ਨੇ ਜਾਂ ਜਿਹੜਾ ਟਰਾਈ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹਨਾਂ ਨੂੰ ਹੱਥ ਜੋੜ ਕੇ ਇਹ ਅਪੀਲ ਹੈ ਕਿ ਆਪਣੇ ਸਰੀਰ ਦਾ ਸੱਤਿਆਨਾਸ਼ ਨਾ ਮਾਰਿਓ। ਬਾਅਦ 'ਚੋਂ ਵੀ ਤੁਸੀਂ ਪਛਤਾਓਗੇ। ਜਿਹੜੇ ਐਕਸਪੀਰੀਅੰਸ ਆਪਾਂ ਇੰਨੇ ਸਾਲਾਂ ਦੇ ਵਿੱਚ ਰਿਸਰਚ ਕਰਕੇ ਜੋ ਕਮਾਇਆ, ਉਹ ਤੁਹਾਨੂੰ ਫ੍ਰੀ ਆਫ ਕਾਸਟ ਦੇ ਰਹੇ ਹਾਂ। ਤੁਸੀਂ ਸਾਡਾ ਐਕਸਪੀਰੀਅੰਸ ਜੇ ਫਾਇਦਾ ਉਠਾਓਗੇ ਤੇ ਚੰਗੇ ਰਹੋਗੇ, ਨਹੀਂ ਤੇ ਬਿਲਕੁਲ ਨਾ ਮਰਦ ਹੋ ਕੇ ਤੇ ਫਿਰ ਕਿਸੇ ਨਾ ਕਿਸੇ ਪਾਸੇ ਭਟਕਦੇ ਫਿਰੋਗੇ। ਪਰ ਕਈ ਵਾਰ ਵੈਜੀ ਕੀ ਹੁੰਦਾ ਕਿ ਟਰਾਈ ਅਗੇਨ ਦੇ ਵਿੱਚ ਜਿਹੜਾ ਬੰਦਾ ਹੈ ਉਹ ਮਾਰਿਆ ਜਾਂਦਾ ਹੈ। ਪਰ ਇਸ ਵਾਰ ਜਿਹੜਾ ਦੇਖਣ ਨੂੰ ਇਹ ਵੀ ਆ ਰਿਹਾ ਕਿ ਇਸ ਵਾਲੇ ਪਾਸੇ ਨੂੰ ਸਾਰਿਆਂ ਤਾਂ ਨਹੀਂ, ਪਰ ਬਹੁਤ ਸਾਰੀਆਂ ਜਿਹੜੀਆਂ ਸਾਡੇ ਪਾਰਟਨਰ ਹੈਗੇ, ਉਹ ਖੁਦ ਇੱਕ ਦੂਸਰੇ ਨੂੰ ਫੋਰਸ ਕਰਦੇ ਨੇ ਕਿ ਜੀ ਨਹੀਂ ਤੁਸੀਂ ਆਹ ਗੋਲੀ ਲੈ ਲਓ, ਤੁਸੀਂ ਆਹ ਮੈਡੀਸਨ ਲੈ ਲਓ। ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਸ ਵਾਲੇ ਪਾਸੇ ਨੂੰ ਨਹੀਂ ਤੁਰਨਾ ਚਾਹੀਦਾ? ਕਹਿੰਦੇ ਫਰੂਕੀ ਸਾਹਿਬ ਵੀ ਮਰਦਾ ਕੀ ਨਹੀਂ ਕਰਦਾ।
ਉਹ ਹਿਸਾਬ ਆ ਜਾਂਦਾ ਵੀ ਜਦੋਂ ਐਵਰੀ ਨਾਈਟ ਇੱਕ ਪ੍ਰੈਸ਼ਰ ਪੈਂਦਾ ਨਾ, ਮੈਂ ਜਿਹੜਾ ਬੰਦਾ ਜਿਹਦੇ ਦਿਮਾਗ ਦੇ ਉੱਤੇ ਪ੍ਰੈਸ਼ਰ ਪਿਆ ਮੈਂ ਉਹਨੂੰ ਨਹੀਂ ਗਲਤ ਕਹਾਂਗਾ। ਗੱਲ ਕਸੂਰ ਸਿਰਫ ਇੰਨਾ ਹੈ ਵੀ ਆਪਣੇ ਲੋਕਾਂ ਦੇ ਵਿੱਚ ਇੱਕ ਰੋਗ ਨੂੰ ਸਮਝਣ ਦੀ ਸ਼ਕਤੀ ਨਹੀਂ ਹੈਗੀ। ਮੰਨ ਲਓ ਸਾਨੂੰ ਕਿਡਨੀ ਦੇ ਵਿੱਚ ਸਟੋਨ ਹੋ ਗਿਆ, ਅਸੀਂ ਹਰ ਇੱਕ ਰਿਸ਼ਤੇਦਾਰ ਨੂੰ, ਹਰ ਇੱਕ ਵੀਰ ਭਰਾ ਨਾਲ ਸਲਾਹ ਕਰ ਲੈਣੀ ਹੈ, ਯਾਰ ਮੈਨੂੰ ਸਟੋਨ ਹੈ, ਮੈਂ ਕਿੱਥੇ ਜਾਵਾਂ, ਮੈਂ ਕਿਹੜੇ ਡਾਕਟਰ ਕੋਲ ਜਾਵਾਂ। ਜੇ ਆਪਾਂ ਨੂੰ ਕੋਈ ਇਦਾਂ ਦੀ ਪ੍ਰੋਬਲਮ ਹੋ ਗਈ, ਅਸੀਂ ਚੁੱਪ ਕਰਕੇ ਬਹਿ ਜਾਣਾ। ਪਹਿਲੀ ਗੱਲ ਤਾਂ ਅਸੀਂ ਮੰਨਣਾ ਹੀ ਨਹੀਂ ਇਸ ਗੱਲ ਨੂੰ ਵੀ ਸਾਨੂੰ ਇਹ ਪ੍ਰੋਬਲਮ ਹੈਗੀ ਹੈ। ਨਹੀਂ ਉੱਥੇ ਮੈਂ ਵਿਆਹ 'ਤੇ ਗਿਆ ਸੀ, ਉੱਥੇ ਮੈਂ ਖਾਣਾ ਵੱਧ ਖਾ ਲਿਆ, ਮੈਂ ਇੱਕੋ ਪਾਸਾ ਲੈ ਕੇ ਸੌਂਦਾ ਵਾਂ। ਮਤਲਬ ਸਾਡੇ ਕੋਲ ਮਲਟੀਪਲ ਰੀਜ਼ਨ ਤਾਂ ਹੈਗੇ ਨੇ ਆਪਣੇ ਆਪ ਨੂੰ ਇੱਕ ਕਲੀਨ ਚਿੱਟ ਦੇਣ ਦੇ, ਡਿਫੈਂਡ ਕਰਨ ਦੇ ਵੀ ਮੈਨੂੰ ਪ੍ਰੋਬਲਮ ਹੈ ਹੀ ਨਹੀਂ। ਫਿਰ ਉਹ ਜਦੋਂ ਤੁਸੀਂ ਮੰਨਦੇ ਨਹੀਂ ਇਸ ਗੱਲ ਨੂੰ, ਉਹ ਫਿਰ ਜਿਹੜੀ ਪ੍ਰੋਬਲਮ ਹੈ ਉਹਨੂੰ ਵਧਣ ਦਾ ਮੌਕਾ ਮਿਲ ਜਾਂਦਾ। ਫਿਰ ਆਪਾਂ ਆਪਣੇ ਪਾਰਟਨਰ ਨਾਲ ਵੀ ਸਲਾਹ ਨਹੀਂ ਕਰਨੀ, ਫਿਰ ਐਵਰੀ ਨਾਈਟ ਆਪਾਂ ਕੋਈ ਨਾ ਕੋਈ ਬਹਾਨਾ ਪਾਣਾ, ਸੱਜਾ ਕਰਨਾ, ਖੱਬਾ ਕਰਨਾ, ਫਿਰ ਆਪਾਂ ਉਹ ਚੀਜ਼ ਦਾ ਜਿਹੜਾ ਨਸ਼ਾ, ਉਹ ਜਿਹੜੀ ਡਰੱਗ ਹੈ ਉਹਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਨੀ ਹੈ। ਜਦ ਕਿ ਬੜਾ ਸਿੰਪਲ ਜੀ ਗੱਲ ਹੈ ਵੀ ਆਪਾਂ ਨੂੰ ਜੇ ਬੁਖਾਰ ਹੋ ਗਿਆ ਜਾਂ ਕੋਈ ਵੀ ਪ੍ਰੋਬਲਮ ਹੋ ਗਈ, ਆਪਾਂ ਇੱਕਦਮ ਦੱਸ ਦਈਦਾ ਵੀ ਮੈਨੂੰ ਬੁਖਾਰ ਹੋ ਗਿਆ, ਮੈਨੂੰ ਰੇਸ਼ਾ ਹੋ ਗਿਆ, ਮੈਨੂੰ ਖਾਂਸੀ ਹੋ ਗਈ। ਉੱਦਾਂ ਹੀ ਇੱਕ ਵੀ ਪ੍ਰੋਬਲਮ ਹੈ, ਸਰੀਰ ਇਨਸਾਨ ਦਾ ਕਿਸੇ ਨੂੰ ਵੀ ਹੋ ਸਕਦੀ ਪ੍ਰੋਬਲਮ। ਅਤੇ ਉਸ ਚੀਜ਼ ਨੂੰ ਆਪਾਂ ਜੇ ਆਪਣੇ ਪਾਰਟਨਰ ਨਾਲ ਡਿਸਕਸ ਕਰ ਲਾਂਗੇ, ਫਿਰ ਆਪਾਂ ਨੂੰ ਆਰਜੀ, ਧੱਕਾ ਸਟਾਰਟ, ਟੈਨਸ਼ਨ ਲੈਣ ਦੀ ਜਾਂ ਡਿਪਰੈਸ਼ਨ 'ਚ ਜਾਣ ਦੀ ਲੋੜ ਨਹੀਂ ਪੈਣੀ। ਜੇ ਆਪਾਂ ਇੱਕ ਵਾਰੀ ਕਹਾਂਗੇ ਵੀ ਹਾਂ ਇਹ ਸਾਡਾ ਡਾਇਗਨੋਸ ਸ਼ੀਟ ਹੈ, ਆਪਾਂ ਟੈਸਟ ਕਰਾਏ ਨੇ, ਆ ਯੂਰਿਨ ਦਾ ਟੈਸਟ ਹੈ, ਇਹਦੀ ਰਿਪੋਰਟ ਸਹੀ ਹੈ, ਆ ਸਪਰਮ ਟੈਸਟ ਹੋਇਆ, ਇਹਦੀ ਇੰਨੇ ਐਕਟਿਵ ਨੇ, ਇੰਨੇ ਘੱਟ ਨੇ, ਉਸ ਚੀਜ਼ ਦਾ ਆਪਾਂ ਇਲਾਜ ਕਰਾ ਲਈਏ। ਅਸੀਂ ਬੈਠੇ ਹਾਂ ਫ੍ਰੀ ਆਫ ਕੋਸਟ ਤੁਹਾਨੂੰ ਦੱਸਣ ਲਈ ਵੀ ਤੁਹਾਨੂੰ ਆਹ ਪ੍ਰੋਬਲਮ ਹੈ, ਤੁਸੀਂ ਇਲਾਜ ਜਿੱਥੋਂ ਮਰਜ਼ੀ ਜਾ ਕੇ ਕਰਾਓ। ਅੱਛਾ, ਇੱਕ ਹੋਰ ਬੜਾ ਅਹਿਮ ਸਵਾਲ ਇੱਥੇ ਫਿਰ ਜਾਂਦੇ ਵੈਜੀ, ਕਿਉਂਕਿ ਸਮਾਂ ਜਿਹੜਾ ਇਜਾਜ਼ਤ ਨਹੀਂ ਦੇ ਰਿਹਾ। ਜਦੋਂ ਇਦਾਂ ਦੇ ਮਰੀਜ਼ ਤੁਹਾਡੇ ਕੋਲ ਆਉਂਦੇ ਨੇ, ਜਦੋਂ ਗੋਲੀਆਂ ਤੋਂ ਬਾਅਦ ਸਾਰਾ ਕੁਝ ਖਤਮ ਕਰਕੇ ਆ ਜਾਂਦੇ ਨੇ, ਆਪਣੀ ਪਰਿਵਾਰਿਕ ਲਾਈਫ ਹੈ ਜਿਹੜੀ ਉਹ ਤਬਾਹ ਕਰਕੇ ਜਦੋਂ ਆ ਜਾਂਦੇ ਨੇ, ਤੁਹਾਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਰਿਕਵਰ ਕਰਨ ਨੂੰ? ਦੇਖੋ ਜੀ, ਜੇ ਤੇ ਕੋਈ ਪੇਸ਼ੈਂਟ ਦੋ ਤਰ੍ਹਾਂ ਦੇ ਕੇਸ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਸੂਝਵਾਨ ਕਿਸਮ ਦੇ ਪੇਸ਼ੈਂਟ। ਇਹ ਜਿਹੜੇ ਪੇਸ਼ੈਂਟ ਨੇ ਇਹ ਅਬਾਊਟ ਲਾ ਲਓ 85 ਤੋਂ 90% ਹੈਗੇ ਨੇ, ਜਿਨ੍ਹਾਂ ਨੂੰ ਕੋਈ ਗੱਲ ਸਮਝਾਓ ਉਹ ਫਟ ਦੇਣੀ ਅੰਡਰਸਟੈਂਡ ਕਰ ਲੈਂਦੇ ਨੇ। ਉਹ ਕਹਿੰਦੇ ਹਾਂਜੀ ਇਹ ਗੱਲਾਂ ਤੁਸੀਂ ਜੋ ਕਰ ਰਹੇ ਹੋ ਸਹੀ ਨੇ। 10 ਤੋਂ 15% ਪੇਸ਼ੈਂਟ ਇੱਦਾਂ ਦੇ ਨੇ ਜਿਨ੍ਹਾਂ ਨੂੰ ਸਾਨੂੰ ਬਹੁਤ ਟਾਈਮ ਲੱਗਦਾ ਸਮਝਾਉਣ ਲਈ। ਫਿਰ ਉਹਨਾਂ ਨੂੰ ਆਪਾਂ ਇਹ ਕਹੀਦਾ ਵੀ ਜਾਓ ਆਪਣੀ ਮਰਜ਼ੀ ਦੀ ਜਾ ਕੇ ਲੈਬੋਰਟਰੀ ਤੋਂ ਟੈਸਟ ਕਰਾ ਕੇ ਲੈ ਕੇ ਆਓ। ਟੈਸਟ ਉਹਨਾਂ ਦੇ ਮੋਹਰੇ ਪਏ ਹੁੰਦੇ ਨੇ, ਉਹ ਕਹਿੰਦੇ ਜੀ ਟੈਸਟ ਕਰਨ ਵਾਲੇ ਨੇ ਸਹੀ ਨਹੀਂ ਕੀਤੇ। ਫਿਰ ਉਹਨਾਂ ਨੂੰ ਕਿਸੇ ਹੋਰ ਲੈਬੋਰਟਰੀ 'ਤੇ ਭੇਜੀਦਾ। ਉਹ 2-3 ਲੈਬੋਰਟਰੀਆਂ ਤੋਂ ਜੋ ਟੈਸਟ ਕਰਾ ਕੇ ਆ ਜਾਂਦੇ ਨੇ, ਫਿਰ ਉਹਨਾਂ ਆਪਣਾ ਮਨ ਪ੍ਰਪੇਅਰ ਕਰਨਾ ਸ਼ੁਰੂ ਕਰਦੇ ਨੇ ਵੀ ਵਾਕਈ ਮੈਨੂੰ ਪ੍ਰੋਬਲਮ ਹੈਗੀ ਹੈ। ਉੱਥੇ ਕੇਸ ਬੜਾ ਕੰਪਲੀਕੇਟਡ ਹੋ ਜਾਂਦਾ। ਉਹ ਜਿਹੜੇ ਪੇਸ਼ੈਂਟ ਨੇ ਨਾ, ਉਹਨਾਂ ਨੇ ਕੋਈ ਮੈਡੀਕਲ ਸਟੋਰ, ਕੋਈ ਦੇਸੀ ਟੋਟਕਾ, ਕੋਈ ਇੱਦਾਂ ਦੀ ਚੀਜ਼ ਛੱਡੀ ਨਹੀਂ ਹੁੰਦੀ। ਉਹ ਮਤਲਬ ਇੱਕ ਸਿਰਫ ਉਹਨਾਂ ਦੇ ਕੋਲ ਡਾਕਟਰ ਦੀ ਡਿਗਰੀ ਨਹੀਂ ਹੁੰਦੀ, ਉਹ ਨਹੀਂ ਤਾਂ ਅੱਧੇ ਤੋਂ ਜ਼ਿਆਦਾ ਡਾਕਟਰ ਆਪ ਬਣ ਚੁੱਕੇ ਹੁੰਦੇ ਨੇ। ਉਹਨਾਂ ਨੂੰ ਇਹ ਲੱਗਦਾ ਅਕੋਰਡਿੰਗ ਟੂ ਦੈਮ ਵੀ ਉਹ ਅੱਧੇ ਨਾਲ ਜ਼ਿਆਦਾ ਡਾਕਟਰ ਬਣ ਚੁੱਕੇ ਹੁੰਦੇ ਨੇ। ਉਹ ਮੈਨੂੰ ਪੁੱਛਦੇ ਨੇ ਵੀ ਆਹ ਚੀਜ਼ਾਂ ਤੁਸੀਂ ਵਿੱਚ ਪਾ ਰਹੇ ਹੋ ਦਵਾਈ ਦੇ ਕਿ ਨਹੀਂ ਪਾ ਰਹੇ। ਸੋ ਕਹਿਣ ਦਾ ਇਨ ਸ਼ਾਰਟ ਇਹ ਮਤਲਬ ਹੈ ਕਿ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਹੈ, ਕਹਿੰਦੇ ਨੇ ਜਿਸ ਕਾ ਕਾਮ ਉਸੀ ਕੋ ਸਾਜੇ, ਕੋਈ ਵੀ ਚੀਜ਼ ਹੈ ਤੁਸੀਂ ਉਹਦੇ ਐਕਸਪਰਟ ਦੀ ਸਲਾਹ ਨਹੀਂ ਲਓਗੇ, ਤੁਸੀਂ ਉਹਦਾ ਤਰੀਕੇ ਨਾਲ ਉਹਦੀ ਗੱਲ ਨਹੀਂ ਸੁਣੋਗੇ, ਆਪਣੀ ਚਲਾਈ ਜਾਓਗੇ, ਜਦ ਕਿ ਤੁਸੀਂ ਉਸ ਲਾਈਨ ਦੇ ਵੀ ਨਹੀਂ ਹੈਗੇ। ਫਿਰ ਆਪਾਂ ਉਹਨੂੰ ਪੁੱਛੀਦਾ ਵੀ ਭਾਈ ਤੂੰ ਕੀ ਕੰਮ ਕਰਦਾ? ਜੀ ਮੇਰੀ ਦਰਜੀ ਦੀ ਸ਼ਾਪ ਹੈ। ਮੈਂ ਉਹਨੂੰ ਕਹਾਂ ਮੈਂ ਤੇਰੇ ਨਾਲ ਦਾ ਸੂਟ ਸੀਣਾ ਹੋਇਆ, ਮੈਂ ਕਿੰਨੇ ਸਾਲ ਲੱਗਣਗੇ? ਕਹਿੰਦਾ ਜੀ 2 ਸਾਲ। ਅਤੇ ਮੈਂ ਕਿਹਾ ਤੂੰ ਮੇਰਾ ਕੰਮ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ? ਫਿਰ ਸਹੀ ਹੈ ਨਾ ਗੱਲ। ਇਸ ਲਈ ਮੇਰਾ ਭਰਾ ਜਿਹੜੇ ਵੀ ਸੁਣਨ ਵਾਲੇ ਨੇ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਅਪੀਲ ਹੈ, ਜਿਹੜਾ ਤੁਹਾਡਾ ਸਰੀਰ ਹੈ ਉਹ ਬਹੁਤ ਕੀਮਤੀ ਚੀਜ਼ ਹੈ। ਪ੍ਰਮਾਤਮਾ ਨੇ ਤੁਹਾਨੂੰ ਇੱਕੋ ਵਾਰੀ ਸਰੀਰ ਦਿੱਤਾ, ਉਹਨੂੰ ਬੜਾ ਸਾਂਭ ਕੇ ਉਹਦੇ ਉੱਤੇ ਤਜਰਬੇ ਨਾ ਕਰੋ, ਕਿਉਂਕਿ ਕੋਈ ਵੀ ਔਰਗਨ ਹੈ ਜੇ ਉਹ ਜਵਾਬ ਦੇ ਗਿਆ, ਜੇ ਕੋਈ ਔਰਗਨ ਫੇਲ ਹੋ ਗਿਆ, ਉਹਦਾ ਮੁੜ ਕੇ ਰਿਪਲੇਸਮੈਂਟ ਨਹੀਂ ਹੈਗੀ। ਜੀ। ਅੱਛਾ, ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇੱਥੇ, ਜਦੋਂ ਕਦੋਂ ਤੋਂ ਤੁਸੀਂ ਵਰਕਿੰਗ ਇੱਥੇ ਇਸ ਜਿਹੜਾ ਨਰਿੰਦਰ ਸਿਨੇਮਾ ਦੇ ਬਿਲਕੁਲ ਸਾਹਮਣੇ ਹੈ, ਬੱਸ ਅੱਡੇ ਦੇ ਤੁਸੀਂ ਨਜ਼ਦੀਕ ਇਸ ਵੇਲੇ ਬੈਠੇ ਹਾਂ, ਅਸੀਂ ਉੱਥੇ ਹੀ ਉਸੇ ਦਵਾਖਾਨੇ ਦੇ ਉੱਤੇ ਤੁਹਾਡੀ ਇੰਟਰਵਿਊ ਜਿਹੜੀ ਹੈ ਕਰ ਰਹੇ ਹਾਂ। ਅਸੀਂ ਕਦੋਂ ਤੋਂ ਸ਼ੁਰੂ ਕਰਨਾ ਹੈ? ਇਹ ਤਾਂ ਜੀ ਮਹਾਰਾਜ ਦਾ ਓਟ ਆਸਰਾ ਲੈ ਕੇ ਕਰਨਾ। ਅਸੀਂ ਕਿਸੇ VIP ਕੋਲੋਂ, ਕਿਸੇ ਵੱਡੇ ਬੰਦੇ ਕੋਲ, ਕਿਸੇ ਸ਼ਖਸੀਅਤ ਕੋਲੋਂ ਇਹਦਾ ਓਪਨਿੰਗ ਨਹੀਂ ਕਰਾਣੀ, ਬਲਕਿ ਜਿਨ੍ਹਾਂ ਨੇ ਇਹ ਸਾਨੂੰ ਇੰਨੀ ਵੱਡੀ ਰਹਿਮਤ ਬਖਸ਼ੀ ਹੈ, ਇਹ ਸਾਡੇ ਪੇਸ਼ੈਂਟ ਨੇ, ਸਾਡੇ ਮਰੀਜ਼ ਨੇ, ਜਿਨ੍ਹਾਂ ਕਰਕੇ ਆਪਾਂ ਇੰਨੇ ਕਾਮਯਾਬ ਹੋਏ ਹਾਂ ਅੱਜ ਜਾਂ ਇੱਥੇ ਬੈਠੇ ਹਾਂ। ਮੈਂ ਚਾਹੁੰਦਾ ਵਾਂ ਵੀ ਮੇਰੇ ਗੋਰੇ ਨੂੰ ਬੁਲਾ ਰਹੇ ਹੋ? ਨਹੀਂ, ਗੋਰਾ ਵੀ ਆ ਜਾਏ ਤੇ ਮੋਸਟ ਵੈਲਕਮ ਹੈ। ਗੋਰੇ ਵੀ ਸਾਡੇ ਭਰਾ ਹੀ ਨੇ, ਕੋਈ ਏਡੀ ਗੱਲ ਨਹੀਂ ਹੈਗੀ। ਉਹਨਾਂ ਕਰਕੇ ਵੀ ਅਸੀਂ ਰੋਟੀ ਖਾਂਦੇ ਹਾਂ। ਸਾਡੇ ਲਈ ਹਰ ਇੱਕ ਬੰਦਾ ਉਹ ਇੱਜ਼ਤ ਦੇਣ ਯੋਗ ਹੈ, ਜਿਹੜਾ ਸਾਨੂੰ ਰੁਜ਼ਗਾਰ, ਜਿਹੜਾ ਸਾਨੂੰ ਰੋਟੀ ਦਿੰਦਾ। ਸਾਡੇ ਲਈ ਉਹ ਸਾਰੇ ਰੱਬ ਬਰਾਬਰ ਨੇ, ਚਾਹੇ ਉਹ ਗੋਰੇ ਹੋਣ, ਚਾਹੇ ਉਹ ਪੰਜਾਬੀ ਹੋਣ, ਜਿਹੜੇ ਮਰਜ਼ੀ ਹੋਣ। ਮੈਂ ਚਾਹੁੰਦਾ ਵਾਂ ਵੀ ਜਿਹੜੇ ਮੇਰੇ ਪੇਸ਼ੈਂਟ ਮੈਨੂੰ ਸੁਣਦੇ ਪਏ ਨੇ, ਜਿਹੜੇ ਠੀਕ ਹੋਏ ਨੇ, ਮੋਸਟ ਵੈਲਕਮ ਉਹ ਆਣ। ਆਪਾਂ ਉਹਨਾਂ ਦੇ ਕੋਲੋਂ ਇੱਕ
ਜਿਹੜੀ ਰਸਮ ਹੈ ਫੀਤਾ ਕਟਾਉਣ ਦੀ, ਜਾਂ ਜਿਹਨੂੰ ਓਪਨਿੰਗ ਸੈਰਾਮਨੀ ਕਹਿ ਲਈਦਾ, ਓਪਨਿੰਗ ਸੈਰਾਮਨੀ ਉਹਨਾਂ ਕੋ ਕਰਾਈਏ ਜਿਨ੍ਹਾਂ ਨੇ ਸਾਨੂੰ ਇਹ ਰੁਜ਼ਗਾਰ ਬਖਸ਼ਿਆ, ਜਿਨ੍ਹਾਂ ਕਰਕੇ ਇਹ ਚੀਜ਼ ਦੇ ਆਪਾਂ ਅੱਜ ਮਾਲਕ ਬਣੇ ਆ, ਜਾਂ ਆਪਾਂ ਇਹ ਇੱਥੇ ਬੈਠ ਕੇ ਸੇਵਾ ਕਰਨੀ ਹੈ, ਉਹਨਾਂ ਦਾ ਹੱਕ ਸਭ ਤੋਂ ਪਹਿਲਾਂ ਮੇਰੇ ਹਿਸਾਬ ਨਾਲ। ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ। ਠੀਕ, ਦੇਖਣ ਵਾਲਿਆਂ ਦਾ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਵੈਦ ਹਰਸ਼ਵੀਰ ਸਿੰਘ, ਜਿਨ੍ਹਾਂ ਨੇ ਬੜੇ ਹੀ ਸਾਫ਼ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਅਸੀਂ ਗ੍ਰਸਤੀ ਵਾਲੇ ਪਾਸੇ ਨੂੰ ਗੋਲੀਆਂ ਕੈਪਸੂਲ ਦੇ ਉੱਤੇ ਲੱਗੇ ਤਾਂ ਉਸ ਦਾ ਜਿਹੜਾ ਤੁਹਾਡੇ ਕਿਡਨੀਆਂ ਦੇ ਉੱਤੇ, ਬੀਪੀ ਦੇ ਉੱਤੇ ਤੇ ਆਲ ਓਵਰ ਸਾਰੇ ਸਰੀਰ ਦੇ ਉੱਤੇ ਬਹੁਤ ਵੱਡਾ ਹੈ ਜਿਹੜਾ ਨਕਾਰਾਤਮਕ ਇਫੈਕਟ ਹੈ ਜਿਹੜਾ ਪਏਗਾ, ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਹੋਰ ਜ਼ਿਆਦਾ ਜਿਹੜਾ ਬਿਮਾਰ, ਹੋਰ ਜ਼ਿਆਦਾ ਕਮਜ਼ੋਰ ਹੋਣ ਤੋਂ ਕੋਈ ਨਹੀਂ ਬਚਾ ਸਕਦਾ। ਸੋ ਫਿਲਹਾਲ ਇਹ ਗੱਲਬਾਤ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਜੇਕਰ ਤੁਹਾਡਾ ਕੋਈ ਸਵਾਲ, ਕੋਈ ਮਨ ਦੇ ਵਿੱਚ ਸ਼ੰਕਾ ਹੈ ਤਾਂ ਨੰਬਰ ਹੈ ਜਿਹੜਾ ਉਹ ਵੈਦ ਹਰਸ਼ਵੀਰ ਸਿੰਘ ਹੋਣਾ ਦਾ ਚੱਲ ਰਿਹਾ ਹੈ, ਤੁਸੀਂ ਉਹਨਾਂ ਤੇ ਰਾਬਤਾ ਕਰਕੇ ਆਪਣੇ ਮਨ ਦੀਆਂ ਜਿੰਨੀਆਂ ਵੀ ਆਕਾਂਸ਼ਾਵਾਂ ਨੇ ਤੁਸੀਂ ਉਹ ਦੂਰ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਗੱਲਬਾਤ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।